जिस तरह हुण सियालां 'च जाऊँगी मैं 7 वजे घरों निकलना आ ते मैनू 12 साढ़े 12 लग जांदे आ ते जे मैं हुण गर्मियां 'च जानी हुण मैं ट्राई करदी कि छेती तो छेती फ्री होवां क्योंकि दुद्ध खराब होने दा डर हुंदा। मोटरसाइकिल चला के दुद्ध दिंदी हुंदी ही ते हसदे ही गल्लां भी कर जांदे हुंदे ही पर उस चीज़ नूं मैं इग्नोर कीता क्योंकि मैं इक्को गल कहनी है कि ना ते तुसीं मैनूं पैसे देने होने ते ना तुसीं मेरे घर दा खर्चा चुकना एह् ते मैं आप करना है। हाँ मैनूं मुश्किलां भी आईयां मैं रो पई हाँ विच जे कि मेरे को नहीं होण दिया मैं चली घर पर मैं कहा नहीं यार पढ़ना ते पैना ही आ। मेरे गली वाले च भी 3-4 घर है कि गल्लां सुनाउंदे ही रिश्तेदार भी सुनाउंदे ही कि तुहाडी कुड़ी विगड़ गई आ ते मतलब कि मेरे पापा ने मैनूं इक्को गल कही कि तू अपनी लाइफ जी किसे दी कहण ते नहीं सुनना जो बोलदा बोलन दे। मन ते कुड़ियां ने जिहड़ा संभाल लिया बचा लिया इहो बड़ा वा। ਪਿਓ ਇਹ ਸੋਚਦੇ ਹੁੰਦੇ ਨੇ ਕਿ ਜਿਹੜਾ ਸਾਡਾ ਪੁੱਤ ਹੋਵੇ ਔਰ ਮੇਰੇ ਬਜ਼ੁਰਗਾਂ ਦਾ ਸਹਾਰਾ ਬਣੂਗਾ ਮੇਰੇ ਬਜ਼ੁਰਗ ਸਮੇਂ ਦਾ ਸਹਾਰਾ ਬਣੂਗਾ ਲੇਕਿਨ ਅੱਜ ਉਹ ਕੁੜੀ ਸਹਾਰਾ ਬਣੀ ਹੈ। ਜੇਕਰ ਵਿਪਤਾ ਪਿਓ ਤੇ ਆਈ ਹੈ ਤਾਂ ਜੋ ਕੁੜੀ ਸਾਹਮਣੇ ਆਈ ਹੈ ਔਰ 18 ਸਾਲ ਉਮਰ ਹੈ ਔਰ ਇਹ ਕੁੜੀ ਅੱਜ ਦੁੱਧ ਪਾਉਣ ਦਾ ਲੋਕਾਂ ਦੇ ਘਰ ਕੰਮ ਕਰ ਰਹੀ ਹੈ। उधरों मुंडे आए तो उन्होंने नशे वगैरह किए ही तो वो मतलब उन्होंने बाइक मारी विच तो मेरे पापा की लत्त ना कंजियां विच फस गई ही। हड्डियां दे पीस हो गए छोटे छोटे तो मतलब जो आप लत्त फड़ते हैं ना उन्होंने मैं कार च बिठाया ही तो उन्होंने लत्त पूरी डैमेज हो चुकी थी। पापा तो लग गया 15-16 लाख रुपया मतलब लग चुका है इस टाइम तक बेच के और मतलब फादर का इलाज करा रहे सी और वो सारे डंगर भी बेचते ਜਿਹੜੇ ਦੁੱਧ ਤੋਂ ਪੈਸੇ ਹੁੰਦੇ ਸੀ ਉਹ ਵੀ ਆਪਾਂ ਮਤਲਬ ਲਾਣੇ ਸ਼ੁਰੂ ਕਰਤੇ। ਥੋੜਾ ਵਿੱਚ ਜੇ ਫੀਲ ਹੁੰਦਾ ਕਦੇ ਮੁਸ਼ਕਿਲਾਂ ਆਉਂਦੀਆਂ ਆ ਫਿਰ ਸਿਸਟਰ ਪੜ੍ਹਾ ਦਿੰਦੀ ਆ ਨਹੀਂ ਤੇ ਫਿਰ ਮੈਂ ਟਿਊਸ਼ਨ ਵੀ ਇੱਕ ਰਖਵਾਈ ਹੋਈ 2 ਤੇ ਮਤਲਬ ਕਿ ਜਸਟ ਉਸ ਹਿਸਾਬ ਨਾਲ ਕਰ ਲੈਂਦੀ ਆਪਣਾ ਟਾਈਮ ਟੇਬਲ ਉਸ ਹਿਸਾਬ ਨਾਲ ਬਣਾਇਆ ਕਿ ਆਹ ਟੀਚਰ ਕਿੰਨੇ ਵਜੇ ਜਾਣਾ ਤੇ ਇੱਥੇ ਦੁੱਧ ਇਤਨਾ ਸਪਲਾਈ ਕਰਨਾ ਉਸ ਹਿਸਾਬ ਨਾਲ ਮੈਂ ਆਪਣਾ ਕੰਮ ਸੰਭਿਆ ਹੋਇਆ ਸਾਰਾ। ਕਹਿੰਦੇ ਨੇ ਧੀਆਂ ਪਿਆਰ ਬਹੁਤ ਕਰ ਲੈਂਦੀਆਂ ਨੇ ਮਾਪਿਓ ਤੋਂ ਤੇ ਕਈ ਧੀਆਂ ਜਿਹੜੀਆਂ ਨੇ ਸਹਾਰਾ ਵੀ ਬਣਦੀਆਂ ਨੇ ਲੇਕਿਨ ਅੱਜ ਦੇ ਹਾਲਾਤਾਂ ਦੇ ਵਿੱਚ ਧੀਆਂ ਨੂੰ ਕਿੱਥੇ ਨਾ ਕਿੱਥੇ ਪਿੱਛੇ ਜ਼ਰੂਰ ਛੱਡਿਆ ਜਾਂਦਾ ਲੇਕਿਨ ਅੱਜ ਅਜਿਹੀ ਧੀ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਹੜੀ ਧੀ ਆਪਣੇ ਮਾਪਿਓ ਦਾ ਸਹਾਰਾ ਤੇ ਬਣੀ ਲੇਕਿਨ ਅੱਜ ਕੰਮ ਜਿਹੜਾ ਆਪਣੀ ਨਿੱਕੀ ਉਮਰ 'ਚ ਵੀ ਜਿਹੜਾ ਸ਼ੁਰੂ ਕੀਤਾ ਔਰ ਮਾਪਿਓ ਔਰ ਘਰ ਦਾ ਗੁਜ਼ਾਰਾ ਕਰਨ 'ਚ ਵੀ ਇਹ ਧੀ ਜਿਹੜੀ ਸਾਹਮਣੇ ਆਈ ਹੈ। ਮੈਂ ਗੱਲ ਕਰ ਰਿਹਾ ਅੰਮ੍ਰਿਤਸਰ ਦੇ ਸਨੀ केतना दे नाल और सनी केतना मेरे ख्याल इस समय मौजूद है और दुध पाउण दा काम कर रही है अपने घर दा गुजारा चला रही है अपने माँ प्यो का सहारा बन रही है अपने खास तौर पर अपने प्यो का सहारा बन रही है। अक्सर प्यो ये सोचते होंगे ने कि जिहड़ा साडा पुत्त होवे और मेरे बजुर्गां दा सहारा बनूगा मेरे बजुर्ग समय का सहारा बनूगा लेकिन अज वो कुड़ी सहारा बनी है। जेकर विपता प्यो ते आई है तो जो कुड़ी सामने आई है और 18 साल उम्र है और कुड़ी अज दुध पाउण दा लोकां दे घर काम कर रही है। मेरे नाल मौजूद ने सनी केतना। सनी ये शुरुआत कित्थों हुंदी है कि दुध पाउण दा काम करना एक 18 साल की कुड़ी दी? ਮੇਰੇ ਪਾਪਾ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਹਨਾਂ ਦੀ ਲੱਤ ਟੁੱਟ ਗਈ ਸੀ ਤੇ ਲੱਤ ਮਤਲਬ ਜਿੱਥੋਂ ਆਪਾਂ ਪਹਿਲਾਂ ਆਪਰੇਸ਼ਨ ਕਰਾਇਆ ਉਹਨਾਂ ਕੋ ਕੇਸ ਨਹੀਂ ਸੈੱਟ ਬੈਠਾ ਫਿਰ ਮੈਂ ਉਹਨਾਂ ਨੂੰ 3-4 ਮਹੀਨੇ ਮਤਲਬ ਉਹਨਾਂ ਕੋਈ ਰਹੇ ਨੇ ਉਹਨਾਂ ਨੇ ਮਤਲਬ 3-4 ਆਪਰੇਸ਼ਨ ਉਹਨਾਂ ਨੇ ਕੀਤੇ। ਫਿਰ ਮੈਂ ਡਾਕਟਰ ਪ੍ਰਕਾਸ਼ ਹਸਪੀਟਲ ਗਈ ਤੇ ਉਹਨਾਂ ਨਾਲ ਮਿਲੀ ਤੇ ਮੈਂ ਬੜੇ ਹਸਪੀਟਲਾਂ ਜਾ ਬਟ ਮੈਨੂੰ ਉਹਨਾਂ 'ਚ ਜ਼ਿਆਦਾ ਯਕੀਨ ਉਹਨਾਂ ਨੇ ਮੈਨੂੰ ਦਵਾਤਾ ਹੀ ਤੇ ਫਿਰ ਜਦੋਂ ਮਤਲਬ ਕਿ ਮੈਂ ਉਹਨਾਂ ਕੋ ਗਈ ਉਹਨਾਂ ਨੇ ਫਿਰ ਚੈੱਕ ਕੀਤਾ ਲੱਤਾਂ ਵਗੈਰਾ ਉਹਨਾਂ ਦੀ ਵੇਖੀਆਂ ਉਹਨਾਂ ਨੇ ਕਿਹਾ ਕਿ ਪਲਾਸਟਿਕ ਸਰਜਰੀ ਹੋਣੀ ਆ ਸਕੰਜੇ ਵਗੈਰਾ ਲੱਗਣਗੇ ਤੇ 8-9 ਆਪਰੇਸ਼ਨ ਹੈਗੇ ਵਿੱਚ ਰੋਡ ਵਗੈਰਾ ਸਭ ਕੁਛ ਪਾ ਕੇ ਤੇ ਮਤਲਬ ਉਹ ਫਿਰ ਉਸ ਟਾਈਮ ਪਾਪਾ ਘਬਰਾ ਵੀ ਗਏ ਸੀ ਪਹਿਲੇ ਦਿਨ ਜਦੋਂ ਲੱਤ ਟੁੱਟੀ ਹੋ ਕਹਿੰਦੇ ਸੀ ਕਿ ਕੰਮ ਮਿੱਟੀ ਹੋ ਗਿਆ। ਐਕਸੀਡੈਂਟ ਹੁੰਦਾ ਕਿੱਦਾਂ ਹੈ ਫਾਦਰ ਦਾ ਐਕਸੀਡੈਂਟ? ਮੁੰਡੇ ਆ ਰਹੇ ਸੀ ਬਾਈਪਾਸ ਉਤਰਨ ਦੇ ਸੀ ਪਾਪਾ ਦੁੱਧ ਦੇ ਫ੍ਰੀ ਹੋਏ ਸੀ ਹਲੇ ਤੇ ਉਧਰੋਂ ਮੁੰਡੇ ਆਏ
ਤੇ ਉਹਨਾਂ ਨੇ ਨਸ਼ੇ ਵਗੈਰਾ ਕੀਤੇ ਸੀ ਤੇ ਉਹ ਮਤਲਬ ਉਹਨਾਂ ਨੇ ਬਾਈਕ ਮਾਰੀ ਵਿੱਚ ਤੇ ਮੇਰੇ ਪਾਪਾ ਦੀ ਲੱਤ ਨਾ ਸਕੰਜਿਆਂ ਵਿੱਚ ਫਸ ਗਈ ਸੀ ਤੇ ਉਹ ਜਦੋਂ ਸਕੰਜਿਆਂ ਵਿੱਚ ਫਸੀ ਉੱਥੋਂ ਟੁੱਟੀ ਤੇ ਨਾਲ ਉਹਨਾਂ ਮਤਲਬ ਬਾਈਕ ਨੇ ਮਤਲਬ ਕਰਤਾ ਹੋਇਆ ਸੀ ਤੇ ਮਤਲਬ ਉਸ ਤੋਂ ਬਾਅਦ ਉੱਥੇ ਹੱਡੀਆਂ ਦੇ ਪੀਸ ਹੋ ਗਏ ਛੋਟੇ ਛੋਟੇ ਤੇ ਮਤਲਬ ਜਦੋਂ ਆਪਾਂ ਲੱਤ ਫੜਦੇ ਹਾਂ ਨਾ ਉਹਨਾਂ ਦੀ ਜਦੋਂ ਮੈਂ ਕਾਰ 'ਚ ਬਿਠਾਇਆ ਸੀ ਤੇ ਉਹਨਾਂ ਦੀ ਲੱਤ ਪੂਰੀ ਡੈਮੇਜ ਹੋ ਚੁੱਕੀ ਸੀ ਥੱਲੋਂ ਆ ਸਾਰਾ ਹਿੱਸਾ ਟੁੱਟ ਚੁੱਕਾ ਸੀ ਨਿੱਕੇ ਨਿੱਕੇ ਪੀਸ ਹੋ ਗਏ ਫਿਰ ਮੈਂ ਹੌਸਪੀਟਲ ਖੜਿਆ ਉਹਨਾਂ ਨੂੰ ਤੇ ਜਦੋਂ ਮੈਂ ਹੌਸਪੀਟਲ ਖੜਿਆ ਤਾਂ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਹੋਣਾ ਤੇ ਉਹਨਾਂ ਨੇ ਗਲੂਕੋਸ਼ ਵਗੈਰਾ ਲਾ ਦੇਣੇ ਸ਼ੁਰੂ ਕਰਤੇ ਮੈਂ ਕਿਹਾ ਕਰਾ ਦਿਓ ਆਪਰੇਸ਼ਨ ਸਟਾਰਟ ਕਰੋ ਤੇ ਫਿਰ ਪਾਪਾ ਕਹਿੰਦੇ ਪੈਸੇ ਕਿੱਥੋਂ ਆਉਣਗੇ ਮੈਂ ਕਿਹਾ ਟੈਨਸ਼ਨ ਨਾ ਲਵੋ ਕੁਛ ਨਾ ਕੁਛ ਹੋਊਗਾ ਹੀ ਹੱਲ ਫਿਰ ਮੇਰੇ ਭੂਆ ਜੀ ਨੇ ਹੈਲਪ ਕੀਤੀ ਮੇਰੇ ਤਾਇਆ ਜੀ ਨੇ ਹੈਲਪ ਕੀਤੀ ਛੋਟੇ ਤਾਇਆ ਜੀ ਨੇ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਖੜਿਆ ਆਪਰੇਸ਼ਨ ਵਗੈਰਾ ਉਹਨਾਂ ਨੇ ਕਰਵਾਏ ਫਿਰ ਅਗਲੇ ਦਿਨ ਤੋਂ ਮੇਰਾ ਉਸ ਦਿਨ ਤੋਂ ਵੀ ਦੁੱਧ ਹੀ ਮੇਰਾ ਸ਼ਾਮ ਦਾ ਹੀ ਬਟ ਉਹ ਮੈਂ ਕਰ ਲਿਆ ਸੀ ਐਕਟਿਵਾ ਦੇ ਲਿਆਈ ਉਹ ਥੋੜ੍ਹਾ ਹੀ ਅਗਲੇ ਦਿਨ ਤੋਂ 2 ਦਿਨ ਮੇਰਾ ਕਜ਼ਨ ਗਿਆ ਔਰ ਕੋ ਮਤਲਬ ਕੰਮ ਨਹੀਂ ਹੋਇਆ ਤਾਂ ਉਹਨੇ ਮਤਲਬ ਕਹਿੰਦਾ ਕਿ ਨਹੀਂ ਮੈਂ ਕਰ ਸਕਦਾ ਫਿਰ ਮੈਂ ਖੁਦ ਦੁੱਧ ਫੜਿਆ ਫਿਰ 1-2 ਦਿਨ ਮੈਂ ਆਪ ਕੀਤਾ ਫਿਰ ਸਿਆਲਾਂ ਦੇ ਵੀ ਦਿਨ ਆ ਗਏ ਸੀ ਮਤਲਬ ਮਹੀਨਾ 1.5 ਮਹੀਨਾ ਮੈਂ ਆਪ ਕੀਤਾ ਫਿਰ ਉਸ ਤੋਂ ਬਾਅਦ ਮੇਰੇ ਛੋਟੇ ਤਾਇਆ ਜੀ ਦੇ ਬੇਟੇ ਨੇ ਮੇਰਾ ਸਾਥ ਦਿੱਤਾ ਉਹਨੇ ਮਤਲਬ ਕਿ ਸਿਆਲ ਮੇਰਾ ਕਢਾਤਾ ਜਿਸ ਤਰ੍ਹਾਂ 2 ਮਹੀਨੇ ਕਿਉਂਕਿ ਉਹਦਾ ਵੀ ਸੀਜ਼ਨ ਲੱਗਾ ਸੀ ਉਹ ਮਤਲਬ ਬਜਾਜ ਫਾਈਨੈਂਸਰ ਵਿੱਚ ਲੱਗਾ ਸੀ ਤੇ ਉਹਨੇ ਮਤਲਬ ਕਿ ਆਪਣਾ ਜਿਸ ਤਰ੍ਹਾਂ ਉਹਨੇ 12 ਵਜੇ ਜਾਣਾ ਹੁੰਦਾ ਸੀ ਨਾ ਤੇ 11-11:30 ਵਜੇ ਤੱਕ ਉਹਨੇ ਆਪਣਾ ਦੁੱਧ ਫਿਨਿਸ਼ ਕਰਵਾ ਦੇਣਾ ਮੇਰੇ ਨਾਲ ਮਤਲਬ ਕਿ ਉਹਨੇ ਵੀ ਹੈਲਪ ਕੀਤੀ ਮੇਰੀ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਿਹੜੀ ਸਾਡੇ ਮੱਝਾਂ ਗਾਈਆਂ ਸੀ ਆਪਾਂ ਸੇਲ ਕਰਦੇ ਰਹੇ ਪਾਪਾ ਤੇ ਲਾਉਂਦੇ ਰਹੇ ਤੇ ਮਤਲਬ ਕਿ ਇਸ ਤਰ੍ਹਾਂ ਹੀ ਪਾਪਾ ਤੇ ਲੱਗ ਗਿਆ 15-16 ਲੱਖ ਰੁਪਇਆ ਮਤਲਬ ਲੱਗ ਚੁੱਕਾ ਹੈ ਇਸ ਟਾਈਮ ਤੱਕ ਡੰਗਰ ਵੇਚ ਕੇ ਔਰ ਮਤਲਬ ਫਾਦਰ ਦਾ ਇਲਾਜ ਕਰਾ ਰਹੇ ਸੀ ਔਰ ਉਹ ਸਾਰੇ ਡੰਗਰ ਵੀ ਵੇਚਦੇ ਡੰਗਰ ਵੀ ਵੇਚਤੇ ਜਿਹੜੇ ਦੁੱਧ ਦੇ ਪੈਸੇ ਹੁੰਦੇ ਸੀ ਉਹ ਵੀ ਆਪਾਂ ਮਤਲਬ ਲਾਣੇ ਸ਼ੁਰੂ ਕਰਤੇ ਫਿਰ ਉਸ ਤੋਂ ਬਾਅਦ ਦੁੱਧ ਦੇ ਘਟਣਾ ਹੀ ਫਿਰ ਮੈਂ ਆਪਣੇ ਫੁੱਫੜ ਜੀ ਕੋਲ ਗਈ ਉਹਨਾਂ ਦਾ ਵੀ ਇਹੀ ਕੰਮ ਆ ਫਿਰ ਮੈਂ ਉਹਨਾਂ ਕੋਲ ਦੁੱਧ ਪਰਚੇਸ ਕਰਕੇ ਤੇ ਆਪ ਸੇਲ ਕਰਦੀ ਹਾਂ ਆਪਣੇ ਰੇਟ 'ਤੇ ਮਤਲਬ ਫੁੱਫੜ ਤੋਂ ਲੈ ਕੇ ਔਰ ਅੱਗੇ ਵੇਚਦੇ ਹੋ ਘਰਾਂ ਦੇ ਵਿੱਚ ਜਾਂਦੇ ਹੋ ਘਰ ਤੇ ਲੋਕ ਨਹੀਂ ਕਹਿੰਦੇ ਕਿ ਆ ਧੀ ਕਿੱਥੋਂ ਆਈ ਹੈ ਔਰ ਪਹਿਲੀ ਵਾਰ ਜਦੋਂ ਵੇਖਿਆ ਕਿਉਂਕਿ ਪਹਿਲਾਂ ਫਾਦਰ ਬਣਦੇ ਸੀ ਉਹੀ ਘਰ ਸੀ ਹੁਣ ਜਦੋਂ ਧੀ ਜਾਂਦੀ ਹੈ ਪਹਿਲੇ ਦਿਨ ਤਾਂ ਐਕਸਪ੍ਰੈਸ਼ਨ ਕਿੱਦਾਂ ਦੇ ਹੁੰਦੇ ਨੇ ਕਿ ਪਹਿਲਾਂ ਵੀ ਕਦੀ ਜਾਂਦੇ ਹੁੰਦੇ ਸੀ ਨਹੀਂ ਪਹਿਲਾਂ ਕਦੇ ਨਹੀਂ ਗਈ ਸੀ 1-2 ਮੈਨੂੰ ਪਤਾ ਸੀ ਕਿਉਂਕਿ ਮੈਂ 1-2 ਵਾਰੀ ਪਾਪਾ ਮਤਲਬ ਰਾਹ 'ਚ ਕੁਛ ਸਮਾਨ ਫੜਾਉਣਾ ਹੁੰਦਾ ਸੀ ਜਾਂ ਕੁਛ ਚਾਹੀਦਾ ਹੁੰਦਾ ਸੀ ਤੇ ਮਤਲਬ ਮੈਂ ਰਾਹ 'ਚ ਹੀ ਮਤਲਬ ਪਾਪਾ ਕੋਲ ਚੱਲ ਜਾਂਦੀ ਹੁੰਦੀ ਹਾਂ ਤੇ ਪਾਪਾ ਮੈਨੂੰ ਜਿੱਥੇ ਕਹਿੰਦੇ ਸੀ ਤੇ ਉੱਥੇ ਮੈਂ ਜਾਂਦੀ ਹਾਂ ਕਿਉਂਕਿ ਮੇਰੀ ਟੀਚਰਸ ਨੂੰ ਵੀ ਮੇਰੇ ਪਾਪਾ ਦੁੱਧ ਦਿੰਦੇ ਆ ਤੇ ਫਿਰ ਮੈਂ ਉਸ ਤੋਂ ਬਾਅਦ ਉੱਧਰ ਜਾਣਾ ਸ਼ੁਰੂ ਕੀਤਾ ਉਹਨਾਂ ਮਤਲਬ ਨਵੇਂ ਜਦੋਂ ਮੈਂ ਵੇਖੇ ਉਹ ਤੇ ਪਹਿਲਾਂ ਪੁੱਛਦੇ ਰਹੇ ਕੌਣ ਮੈਂ ਗੇਟ ਲੌਕ ਕਰਨਾ ਮੈਂ ਕਹਿਣਾ ਇਸ ਤਰ੍ਹਾਂ ਪਾਪਾ ਦਾ ਐਕਸੀਡੈਂਟ ਹੋ ਗਿਆ ਆ ਤੇ ਮੈਨੂੰ ਆਉਣਾ ਪੈਣਾ ਫਿਰ ਉਹ ਵੀ ਅਸੈਪਟ ਕਰ ਲਿਆ ਫਿਰ ਉਹਨਾਂ ਨੇ ਹੌਲੀ ਹੌਲੀ ਮੈਨੂੰ ਸਮਝਾਉਣਾ ਸ਼ੁਰੂ ਕੀਤਾ ਕਿਸ ਤਰ੍ਹਾਂ ਗੇਟ ਬੰਦ ਕਰ ਜਿਸ ਤਰ੍ਹਾਂ ਪਤੀਲਾ ਕੱਢ ਕੇ ਧੋ ਕੇ ਦੁੱਧ ਪਾ ਜੀ ਉਹਨਾਂ ਦੇ ਨੌਕਰਾਂ ਨੂੰ ਕਹਿ ਤਾ ਉਹਨਾਂ ਨੇ ਆਪਣੇ ਸਰਵੈਂਟ ਨੂੰ ਕਿ ਤਰ੍ਹਾਂ ਗੁੱਡੀ ਆਊਗੀ ਉਹਨਾਂ ਕੋਲ ਦੁੱਧ ਲੈ ਲਿਆ ਕਰੋ ਮਤਲਬ ਕਿ ਸਾਰਿਆਂ ਲੋਕਾਂ ਨੇ ਸਾਥ ਦਿੱਤਾ ਸਨੀ ਦਾ ਕੀ ਹਾਂ ਕਿ ਅਗਰ ਔਖੇ ਵੇਲੇ 'ਚ ਸਨੀ ਗੁਜ਼ਰ ਰਹੀ ਹੈ ਤਾਂ ਮੈਂ ਸਾਥ ਦੇਵਾਂ ਉਹਨਾਂ ਦਾ ਉਸ ਕਿਉਂਕਿ ਕਾਫੀ ਪਿਆਰ ਤੇ ਬਣੇ ਰਹਿੰਦਾ ਕਿਉਂਕਿ ਲਗਾਤਾਰ ਜਦੋਂ ਇੱਕ ਦੂਜੇ ਦੇ ਨਾਲ ਮਿਲਦੇ ਨੇ ਤੇ ਪਿਆਰ ਤੇ ਬਣੇ ਰਹਿੰਦਾ ਹਾਂਜੀ ਸਾਥ ਵੀ ਦਿੱਤਾ ਹੁਣ ਜਿਸ ਤਰ੍ਹਾਂ ਵਿੱਚ ਜੇ ਪਾਪਾ ਦੇ ਮਤਲਬ ਪੱਟੀਆਂ ਬੜੀਆਂ ਹੁੰਦੀਆਂ ਸੀ ਜਦੋਂ ਸਕੰਜੇ ਲੱਗੇ ਹੁੰਦੇ ਸੀ ਨਾ ਤੇ ਉਹ 2 ਦਿਨ ਬਾਅਦ ਪੱਟੀ ਕਰਾਉਣੀ ਹੁੰਦੀ ਸੀ ਤੇ ਉਹਦੇ ਮਤਲਬ ਕਿ ਮਹੀਨੇ 'ਚ 1.5 ਲੱਖ ਰੁਪਏ ਤੁਸੀਂ ਪੱਟੀਆਂ ਦੇ ਹੀ ਲਾ ਲਓ ਮਹੀਨੇ ਦਾ ਕਿਉਂਕਿ ਉਹ ਜਦੋਂ ਪੱਟੀ ਕਰਦੇ ਹੁੰਦੇ ਸੀ ਨਾ ਲੱਤਾਂ ਖੋਲ ਲੈਂਦੇ ਹੁੰਦੇ ਸੀ ਸਕੰਜੀਆਂ ਦੇ ਉੱਤੇ ਦਵਾਈਆਂ ਪਾ ਕੇ ਮਤਲਬ ਉਹਨੂੰ ਕਲੀਨ ਕਰਦੇ ਤੇ ਉੱਥੇ ਹੀ ਆਰਾਮ ਨਾਲ 10-15 ਹਜ਼ਾਰ ਰੁਪਏ ਉਹਨਾਂ ਨੂੰ ਚਾਹੀਦਾ ਹੁੰਦਾ ਸੀ ਤੇ ਮਤਲਬ ਕਿ ਉਹਨਾਂ ਨੂੰ ਜਦੋਂ ਮੈਂ ਕਹਿਣਾ ਕਿਸ ਤਰ੍ਹਾਂ ਪੈਸੇ ਚਾਹੀਦੇ ਨੇ ਉਹਨਾਂ ਨੇ ਉਸੇ ਟਾਈਮ ਅੰਦਰੋਂ ਕੱਢ ਕੇ ਦੇ ਦੇਣੇ ਕਿ ਅੱਲਾ ਗੁੱਡੀ ਨੂੰ ਚਾਹੀਦੇ ਯਾਰ ਦਵੋ ਗੁੱਡੀ ਨੂੰ ਤੇ ਮਤਲਬ ਸਭ ਨੇ ਸਪੋਰਟ ਕੀਤਾ ਪਾਪਾ ਦੇ ਤੇ ਪਾਪਾ ਦੇ ਕਸਟਮਰ ਬਹੁਤ ਵਧੀਆ ਪੁਰਾਣੇ ਆ ਨਾਲ ਕਈ ਛੁੱਟੇ ਵੀ ਆ ਉਹਨਾਂ 'ਚੋਂ ਕਈ ਲੱਗੇ ਤਾਂ ਕੋਈ ਨਹੀਂ ਹੈ ਵੈਸੇ ਪਰ ਜਿਹੜੇ ਛੁੱਟੇ ਆ ਉਹਨਾਂ ਨੂੰ ਹੈਗਾ ਕਿ ਹਾਂ ਕੁੜੀ ਪਹਿਲੇ ਕਿਉਂਕਿ ਮੈਂ ਦੇਣ ਜਾਂਦੀ ਨਹੀਂ ਮਹੀਨਾ 1.5 ਮਹੀਨਾ ਲਿੱਤਾ ਇੰਨੀ ਗੱਲ ਨਹੀਂ ਲਿੱਤਾ ਵੀ ਆ ਪਰ ਪਤਾ ਨਹੀਂ ਕੀ ਆਪੇ ਉਹ ਹਟ ਗਏ ਕਿੰਨੇ ਘਰਾਂ ਦੇ ਵਿੱਚ ਰੋਜ਼ ਡੇਲੀ ਦਾ ਦੁੱਧ ਪਾਉਂਦੇ ਹੋ ਕਿੰਨੇ ਵਜੇ ਜਾਂਦੇ ਹੋ ਸਵੇਰੇ ਮੈਂ 5 ਵਜੇ ਚੱਲ ਜਾਂਦੀ ਹਾਂ ਤੇ ਮੈਨੂੰ ਲੱਗ ਜਾਂਦੇ ਨੇ 10-10:30 5 ਘੰਟੇ ਪੂਰੇ ਹਾਂ ਕਈ ਡਿਪੈਂਡ ਕਰਦਾ ਕਿ ਹੁਣ ਮੈਂ ਕਿਹੜੇ ਜਿਸ ਤਰ੍ਹਾਂ ਹੁਣ ਸਿਆਲਾਂ 'ਚ ਜਾਊਂਗੀ ਮੈਂ 7 ਵਜੇ ਘਰੋਂ ਨਿਕਲਣਾ ਆ ਤੇ ਮੈਨੂੰ 12-12:30 ਲੱਗ ਜਾਂਦੇ ਆ ਤੇ ਜੇ ਮੈਂ ਹੁਣ ਗਰਮੀਆਂ 'ਚ ਜਾਣੀ ਹੁਣ ਮੈਂ ਟਰਾਈ ਕਰਦੀ ਕਿ ਛੇਤੀ ਤੋਂ ਛੇਤੀ ਫ੍ਰੀ ਹੋਵਾਂ ਕਿਉਂਕਿ ਦੁੱਧ ਖਰਾਬ ਹੁੰਦਾ ਡਰ ਹੁੰਦਾ ਤੇ ਉਹ ਡਿਪੈਂਡ ਕਰਦਾ ਕਿ ਮੈਂ 10 ਵਜੇ ਫ੍ਰੀ ਨਹੀਂ 9 ਵਜੇ ਫ੍ਰੀ ਨਹੀਂ ਉਹ ਔਰ ਤੇ ਸਨੀ ਦੀ ਪੜ੍ਹਾਈ ਕਿੰਨੀ ਹੈ ਸਨੀ ਪੜ੍ਹਾਈ ਕੀ ਕਰ ਰਹੀ ਕਿਉਂਕਿ ਉਮਰ ਤੇ ਸਨੀ ਦੀ ਬਹੁਤ ਘੱਟ ਹੈ 18 ਸਾਲ ਉਮਰ ਹੈ ਔਰ 18 ਸਾਲ ਦੇ ਵਿੱਚ ਪੜ੍ਹਾਈ ਕੀ ਕਰ ਰਹੀ ਹੈ ਮੇਰੇ ਪਾਪਾ ਨੇ ਮੈਡੀਕਲ ਸਟਰੀਮ ਰਖਵਾਈ ਹੈ ਮੇਰੀ ਸਿਸਟਰ ਨੇ ਵੀ ਮੈਡੀਕਲ ਹੀ ਕੀਤੀ ਸੀ ਤੇ ਜਿੱਥੇ ਉਹਨੇ ਕੀਤੀ ਸੀ ਉਹ ਬੀ ਫਾਰਮੇਸੀ ਪੱਟੀ ਤੋਂ ਕੀਤੀ ਸੀ ਉਹ ਨਾ
ਤੁਹਾਨੂੰ ਸਿੰਪਲ ਦੱਸਦੀ, ਉਹ ਕਹਿੰਦੇ ਸੀ ਕਿ ਪੈਸੇ ਦੇ ਦਿਓ ਤੇ ਪਾਸ ਕਰਾ ਦਾਂਗੇ ਬੱਚਾ, ਉਹਨਾਂ ਤੇ ਇਹ ਹੀ। ਤੇ ਬਟ ਮੇਰੀ ਸਿਸਟਰ ਨੇ ਛੱਡਤੀ। ਫਿਰ ਪਾਪਾ ਕਹਿੰਦੇ ਕਿ ਤੂੰ ਉਹ ਹੁਣ ਦੂਸਰੇ ਕੋਰਸ ਵਗੈਰਾ ਕਰਦੀ ਰਹਿੰਦੀ, ਨਾਲ ਸਟੱਡੀਜ਼ ਕਰਦੀ, ਨਾਲ ਜੋਬ ਕਰਦੀ ਆ। ਤੇ ਮੈਂ ਫਿਰ ਮੈਨੂੰ ਪਾਪਾ ਕਹਿੰਦੇ ਕਿ ਤੂੰ ਮੈਡੀਕਲ ਕਰ ਤੇ ਵੈਟਰਨਰੀ ਕਰ ਲਾ। ਬਟ ਜੋ ਮੈਂ ਚਾਹੁੰਦੀ ਹਾਂ, ਮੈਂ ਚਾਹੁੰਦੀ ਹਾਂ ਜਾਂ ਮੈਨੂੰ ਪੁਲਿਸ 'ਚ ਨੌਕਰੀ ਜਾਂ ਆਰਮੀ 'ਚ, ਕਿਉਂਕਿ ਇਹਦੇ 'ਚ ਇਹ ਹੈਗਾ ਕਿ ਮੈਂ ਥੋੜ੍ਹਾ ਜ਼ਿਆਦਾ ਸਾਥ ਦੇ ਪਾਊਂਗੀ। ਵੈਟਰਨਰੀ 'ਚ ਕੁੜੀਆਂ ਕੋਲ ਕੋਈ ਕੰਮ ਨਹੀਂ ਪੁਲਿਸ ਕਰਾਉਂਦਾ। ਤੇ ਆਰਮੀ ਦਾ ਕੀ ਸੰਬੰਧ ਹੈ? ਮਤਲਬ ਸਪੋਰਟਸ 'ਚ ਦਿਲਚਸਪੀ ਹੈ ਜਾਂ ਕਿੱਦਾਂ? ਮੇਰੀ ਸਪੋਰਟਸ 'ਚ ਬਹੁਤ ਦਿਲਚਸਪੀ ਹੈ। ਮੈਂ ਮਤਲਬ ਕਿ ਜੂਡੋ ਕਰਾਟੇ ਵੀ ਸਿੱਖੇ ਆ, ਰਨਿੰਗ ਵੀ ਦੇ ਵੀ ਮੇਰੇ ਪ੍ਰਾਈਜ਼ ਵਗੈਰਾ ਹੈਗੇ ਨੇ। ਮਤਲਬ ਮੈਨੂੰ ਸਪੋਰਟਸ 'ਚ ਜ਼ਿਆਦਾ ਹੈਗਾ ਆ। ਫਿਰ ਉਸ ਤੋਂ ਬਾਅਦ ਮੈਂ ਛੱਡ ਵੀ ਦਿੱਤਾ ਸੀ ਵਿੱਚ ਜੇ, ਫਿਰ ਮੈਂ ਨਹੀਂ, ਫਿਰ ਤੋਂ ਸ਼ੁਰੂ ਕਰ ਲਿਆ ਸੀ। ਅਤੇ ਮਤਲਬ ਇਸ ਚੀਜ਼ ਨੂੰ ਮੈਂ ਪਹਿਲਾਂ ਅੱਗੇ ਰੱਖਦੀ ਹਾਂ। ਸਪੋਰਟਸ ਕਿੰਨੇ ਸਮੇਂ ਤੋਂ ਚੱਲ ਰਹੇ ਸੀ ਔਰ ਕੀ ਕੁਝ ਖੇਡਿਆ? ਕੁਝ ਸਟੇਟ ਲੈਵਲ ਖੇਡਿਆ, ਨੈਸ਼ਨਲ ਲੈਵਲ ਖੇਡਿਆ, ਇੱਦਾਂ ਕੁਝ ਖੇਡਿਆ ਜਾਂ ਸਕੂਲ ਦੇ ਵੱਲੋਂ ਹੀ ਜਾਂਦੇ ਸੀ? ਨਹੀਂ, ਮੈਂ ਸਕੂਲ ਵੱਲੋਂ ਹੀ ਖੇਡਿਆ ਜੋ ਵੀ ਖੇਡਿਆ ਹਜੇ ਤੱਕ, ਅਤੇ ਉੱਤੋਂ ਵੀ ਮੈਨੂੰ ਯੈਲੋ ਬੈਲਟ ਮਿਲੀ ਹੋਈ ਆ। ਮਤਲਬ ਕਿ ਮੈਂ ਆਪਣੇ ਜੂਡੋ ਕਰਾਟੇ ਪੂਰੇ ਸਟਾਰਟ ਰੱਖੇ ਹੋਏ ਆ, ਅਤੇ ਰਨਿੰਗ ਵਗੈਰਾ ਵੀ ਮੈਂ ਲਾ ਲੈਂਦੀ, ਸਭ ਕੁਛ ਕਰ ਲੈਂਦੀ ਹਾਂ। ਮਤਲਬ ਕਿ ਸਾਥ ਸਾਰਿਆਂ ਨੇ, ਟੀਚਰਸ ਨੇ ਮੇਰਾ ਬਹੁਤ ਸਾਥ ਦਿੱਤਾ ਹੈ ਖੇਡਣ 'ਚ ਵੀ। ਮਤਲਬ ਕਿ ਜੇ ਮੈਂ ਜਿਹੜੀ ਚੀਜ਼ ਨੂੰ ਮੈਂ ਕਹਿੰਦੀ ਹਾਂ ਕਿ ਮੈਂ ਮੈਨੂੰ ਸਿਖਾਓ, ਤਾਂ ਉਹ ਚੀਜ਼ ਮੈਨੂੰ ਸਿਖਾਉਂਦੇ ਹੀ। ਅੱਛਾ, ਕਿਤੇ ਮਨ 'ਚ ਤਾਂ ਨਹੀਂ ਆਉਂਦਾ ਕਿ ਮੈਂ ਜੂਡੋ ਖੇਡਦੀ ਸੀ, ਮੈਂ ਪੜ੍ਹਦੀ ਸੀ, ਕਿ ਆਹ ਕਿਹੜੀ ਵਿਪਤਾ ਪੈ ਗਈ ਕਿ ਜਿਹਦੇ ਕਰਕੇ ਮੈਨੂੰ ਆਪਣਾ ਸਾਰਾ ਕੁਝ ਛੱਡ ਕੇ ਔਰ ਇੱਥੇ ਪਾਸੇ ਆਉਣਾ ਪੈ ਗਿਆ? ਹਾਂ, ਮੈਂ ਜੂਡੋ ਕਰਾਟੇ ਵਿੱਚ ਜੇ ਛੱਡੇ ਸੀ, ਅਤੇ ਮੇਰਾ ਖੁਦ ਦਾ ਵੀ ਆਪਰੇਸ਼ਨ ਹੋਇਆ, ਅਤੇ ਮੈਨੂੰ ਫਿਰ ਮਤਲਬ ਛੱਡਣੇ ਪਏ। ਉਹ ਚੀਜ਼ ਤਾਂ ਮੈਂ ਛੱਡ ਹੀ ਦਿੱਤੀ ਆ ਹੁਣ, ਉਹਨੂੰ ਨਹੀਂ ਮੈਂ ਫੜਦੀ। ਅਤੇ ਹਾਂ, ਮੈਂ ਰਨਿੰਗ ਵਗੈਰਾ ਲਾਉਂਦੀ ਹਾਂ, ਸਟੱਡੀਜ਼ ਵੀ ਕਰਦੀ ਹਾਂ। ਥੋੜ੍ਹਾ ਵਿੱਚ ਜੇ ਫੀਲ ਹੁੰਦਾ, ਕਦੇ ਕਦੇ ਮੁਸ਼ਕਿਲਾਂ ਆਉਂਦੀਆਂ, ਜਾਂ ਫਿਰ ਸਿਸਟਰ ਪੜ੍ਹਾ ਦਿੰਦੀ ਆ, ਨਹੀਂ ਤਾਂ ਫਿਰ ਮੈਂ ਟਿਊਸ਼ਨ ਵੀ ਇੱਕ ਰਖਵਾਈ ਹੋਈ 2। ਅਤੇ ਮਤਲਬ ਕਿ ਐਡਜਸਟ ਉਸ ਹਿਸਾਬ ਨਾਲ ਕਰ ਲੈਂਦੀ, ਆਪਣਾ ਟਾਈਮ ਟੇਬਲ ਉਸ ਹਿਸਾਬ ਨਾਲ ਬਣਾਇਆ ਕਿ ਆਹ ਟੀਚਰ ਕਿੰਨੇ ਵਜੇ ਜਾਣਾ ਅਤੇ ਇੱਥੇ ਦੁੱਧ ਇਸ ਤਰ੍ਹਾਂ ਸਪਲਾਈ ਕਰਨਾ, ਉਸ ਹਿਸਾਬ ਨਾਲ ਮੈਂ ਆਪਣਾ ਕੰਮ ਸਾਂਭਿਆ ਹੋਇਆ ਸਾਰਾ। ਅੱਛਾ, ਇਹ ਜਦੋਂ ਦੁੱਧ ਵੰਡਣ ਦਾ ਸਿਲਸਿਲਾ ਸ਼ੁਰੂ ਹੋਇਆ, ਕਿਉਂਕਿ ਫਾਦਰ ਤੇ ਉਸ ਟਾਈਮ ਤੁਸੀਂ ਕਹਿ ਰਹੇ ਸੀ ਐਕਸੀਡੈਂਟ ਹੋਇਆ ਸੀ, ਹਸਪੀਟਲ ਦੇ ਵਿੱਚ ਸੀ, ਇਹ ਸਾਰਾ ਕੁਝ ਸਿਖਾਇਆ ਕਿਨੇ ਕਿ ਐਵੇਂ ਜਾਣਾ ਐਵੇਂ? ਕਿਉਂਕਿ ਲੋਡ ਕਾਫੀ ਹੁੰਦਾ ਦੁੱਧ ਦਾ, ਜਦੋਂ ਪਿੱਛੇ ਡਰਮ ਪਏ ਹੁੰਦੇ ਨੇ ਤੇ ਕਾਫੀ ਵਜਨ ਵੀ ਹੁੰਦਾ, ਤੇ ਉਹ ਸਿਖਾਇਆ ਕਿਨੇ ਕਿ ਆ ਇੱਧਰ ਜਾਣਾ ਹੈ, ਜਾਂ ਘਰ ਕਿਨੇ ਦੱਸਿਆ ਇਹਨਾਂ ਕੁਝ? ਮੇਰੇ ਪਾਪਾ ਦਾ ਮਤਲਬ 12 12:30 ਵਜੇ ਹੋਇਆ ਸੀ ਐਕਸੀਡੈਂਟ, ਅਤੇ ਉਸੇ ਦਿਨ ਰਾਤੀ ਉਹਨਾਂ ਦਾ ਆਪਰੇਸ਼ਨ ਹੋਇਆ। ਅਗਲੇ ਦਿਨ ਮੈਨੂੰ ਪਾਪਾ ਨੇ ਫੋਨ 'ਤੇ ਸਮਝਾਇਆ ਸੀ ਸਾਰਾ ਕਿ ਇੱਥੇ ਘਰ ਆ, ਇੱਥੇ ਇਸ ਘਰ 'ਚ ਜਾਣਾ ਆ ਅਤੇ ਇੱਥੇ ਨਹੀਂ। ਹਾਂ, ਮੈਨੂੰ ਮੁਸ਼ਕਿਲਾਂ ਵੀ ਆਈਆਂ, ਮੈਂ ਰੋ ਪਈ ਹਾਂ ਵਿੱਚ ਜੇ ਕਿ ਮੇਰੇ ਕੋਲ ਨਹੀਂ ਹੋਣ ਦਿਆ, ਮੈਂ ਚੱਲੀ ਘਰ। ਪਰ ਮੈਂ ਕਿਹਾ ਨਹੀਂ ਯਾਰ, ਫੜਨਾ ਤਾਂ ਪੈਣਾ ਹੀ ਆ। ਫਿਰ ਮਤਲਬ ਕਿ ਉਹ ਚੀਜ਼ ਨੂੰ ਪਾਪਾ ਨੇ ਸਾਥ ਦਿੱਤਾ ਨਾਲ ਥੋੜ੍ਹਾ ਬਹੁਤਾ। ਫਿਰ ਮੇਰੀ ਭੂਆ ਜੀ ਨੇ ਮੈਨੂੰ ਕਿਹਾ ਵੀ, ਕਹਿੰਦੀ ਕੁਛ ਨਹੀਂ ਹੁੰਦਾ, ਕੋਈ ਬੋਲਣ ਵਾਲਾ ਨਹੀਂ ਹੈਗਾ, ਸਭ ਬੋਲਦੇ ਰਹਿੰਦੇ, ਇਹਨਾਂ ਦੇ ਗੱਲ ਨੂੰ ਇਗਨੋਰ ਕਰਦੇ ਜ਼ਿਆਦਾ ਬੈਟਰ ਆ। ਅੱਛਾ, ਪਤਾ ਕੀ ਹੁੰਦਾ ਕਿ ਧੀਆਂ ਦੀ ਲੈ ਕੇ ਸੋਚਣਾ ਅੱਜ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਵੀ ਇਹੀ ਹੈ ਕਿ ਧੀ ਜਿਹੜੀ ਆ ਉਹ ਘਰ ਹੀ ਰਵੇ ਤੇ ਜ਼ਿਆਦਾ ਵਧੀਆ ਰਹਿੰਦੀ ਹੈ। ਲੇਕਿਨ ਆਹ ਧੀ ਹੱਸਦੀ ਦੁੱਧ ਵੀ ਵੰਡ ਰਹੀ ਹੈ, ਹੱਸਦੀ ਸਭ ਕੁਝ ਵੀ ਕਰ ਰਹੀ ਹੈ, ਲੇਕਿਨ ਕਿੱਥੇ ਰਿਸ਼ਤੇਦਾਰੀ ਆਉਂਦੀ ਹੈ ਨਾ, ਉਹਦੇ ਵਿਚਕਾਰ ਕਿੰਨੇ ਫੁੱਟ ਪੈਂਦੀ ਹੈ ਕਿ ਸਾਡੇ ਘਰ ਦੀ ਧੀ ਹੁਣ ਦੁੱਧ ਵੰਡੂਗੀ, ਜਾਂ ਸਾਡੇ ਘਰ ਦੀ ਧੀ ਹੁਣ ਇਹ ਕਰੂਗੀ। ਇੱਦਾਂ ਦਾ ਕਦੀ ਕੁਝ ਫੇਸ ਕਰਨਾ ਪਿਆ ਪਰਿਵਾਰ ਦੇ ਵਿੱਚ, ਜਾਂ ਪਰਿਵਾਰਿਕ ਕੋਈ ਰਿਸ਼ਤੇਦਾਰਾਂ ਦੇ ਵਿੱਚ ਕੋਈ ਤਾਣਾ ਪਿਆ ਹੋਵੇ, ਜਾਂ ਕੋਈ ਫਰੈਂਡ ਸਰਕਲ ਦੇ ਵਿੱਚ ਤਾਣਾ ਪਿਆ ਹੋਵੇ? ਹਾਂ, ਸਟਾਰਟਿੰਗ ਵਿੱਚ ਮੈਂ ਜਦੋਂ ਬਾਈਕ ਦੁੱਧ ਨਹੀਂ ਨਾ ਦਿੰਦੀ ਹਾਂ, ਉਦੋਂ ਮੇਰੇ ਗਲੀ ਵਾਲੇ 'ਚ ਵੀ 3-4 ਘਰ ਹੈਗੇ, ਗੱਲਾਂ ਸੁਣਾਉਂਦੇ ਸੀ, ਰਿਸ਼ਤੇਦਾਰ ਵੀ ਸੁਣਾਉਂਦੇ ਸੀ ਕਿ ਤੁਹਾਡੀ ਕੁੜੀ ਵਿਗੜ ਗਈ ਆ। ਅਤੇ ਮਤਲਬ ਕਿ ਮੇਰੇ ਪਾਪਾ ਨੇ ਮੈਨੂੰ ਇੱਕੋ ਗੱਲ ਕਹੀ ਕਿ ਤੂੰ ਆਪਣੀ ਲਾਈਫ ਜੀ, ਕਿਸੇ ਦੀ ਕਹਿਣ 'ਤੇ ਨਹੀਂ ਸੁਣਨਾ, ਜੋ ਬੋਲਦਾ ਬੋਲਣ ਦੇ, ਇਗਨੋਰ ਕਰੋ ਚੀਜ਼ ਨੂੰ। ਕਿਉਂਕਿ ਪਾਪਾ ਕਹਿੰਦੇ ਹੁੰਦੇ ਸੀ, ਮੇਰੇ ਪਾਪਾ ਨੇ ਬਹੁਤ ਫਰੀਡਮ ਦਿੱਤੀ ਮੈਨੂੰ, ਜਿੰਨੀ ਮੈਂ ਅਤੇ ਮੇਰੀ ਸਿਸਟਰ ਨੇ ਫਰੀਡਮ ਲਿੱਤੀ ਆ, ਮੈਨੂੰ ਲੱਗਦਾ ਨਹੀਂ ਕਿਤੇ ਕਿਸੇ ਸਾਡੀ ਗਲੀ 'ਚ ਲਿੱਤੀ ਹੋਗੀ ਕਿਸੇ ਕੁੜੀ ਨੇ, ਕਿਉਂਕਿ ਮੈਂ ਉਹਨਾਂ ਨੂੰ ਜ਼ਿਆਦਾਤਰ ਅੰਦਰ ਹੀ ਵਹਿੰਦੀ ਹਾਂ। ਅਤੇ ਮਤਲਬ ਕਿ ਉਸ ਚੀਜ਼ ਨੂੰ ਪਾਪਾ ਨੇ ਜ਼ਿਆਦਾ ਦਿੱਤੀ ਫਰੀਡਮ ਸਾਨੂੰ, ਹਰ ਇੱਕ ਚੀਜ਼ ਸਿਖਾਈ ਆ, ਹਰ ਇੱਕ ਮੋੜ। ਮਤਲਬ ਕਿ ਜਦੋਂ ਪਾਪਾ ਨੇ ਸਾਨੂੰ ਖੰਡਣਾ ਨਾ, ਹਰ ਇੱਕ ਮੋੜ ਦੀ ਗਲੀ, ਹਾਲਗੇਟ ਦੀਆਂ ਗਲੀਆਂ ਤੱਕ, ਜਿਨ੍ਹਾਂ ਨੂੰ ਨਹੀਂ ਨਾ ਪਤਾ ਉਹ ਗਲੀਆਂ ਤੱਕ ਮੈਨੂੰ ਪਤਾ। ਅਤੇ ਮਤਲਬ ਕਿ ਪਾਪਾ ਨੇ ਪੂਰੇ ਸਾਨੂੰ ਕਿੱਥੋਂ ਕੀ ਸਮਾਨ ਮਿਲਣਾ, ਕਿੱਥੋਂ ਕੀ ਚੀਜ਼ ਮਿਲਣੀ, ਮਤਲਬ ਉਹ ਸਿਖਾਇਆ ਹੋਇਆ ਸੀ। ਭਰੋਸਾ ਪੂਰਾ ਜਤਾਇਆ ਪਿਓ ਨੇ, ਉਹਨੇ ਹੀ ਧੀ ਨੇ ਅੱਗੇ ਭਰੋਸਾ ਜਤਾਇਆ। ਹਾਂਜੀ, ਭਰੋਸਾ। ਮਤਲਬ ਕਿ ਪਾਪਾ ਨੇ ਜੇ ਸਾਨੂੰ ਇਕੱਲੇ ਨੂੰ ਘਲਾਤਾ ਨਾ ਕਿਤੇ, ਆਪਾਂ ਉਹ ਚੀਜ਼ ਲੈ ਕੇ ਵੀ ਆਵਾਂਗੇ। ਜੇ ਸਾਨੂੰ ਇੱਕ ਵਾਰੀ ਕਹਿ ਦਿੱਤਾ ਕਿ ਇੱਥੇ ਇੱਧਰ ਇਸ ਤਰ੍ਹਾਂ ਜਾਣਾ, ਮਤਲਬ ਕਿ ਆਪਾਂ ਉੱਥੇ ਪਹੁੰਚ ਕੇ ਇਹਨਾਂ ਨੂੰ ਕਰਾਂਗੇ ਕਿ ਪਾਪਾ ਹੁਣ ਦੱਸੋ ਆ ਗਏ ਆਪਾਂ, ਕਿ ਭਰੋਸਾ ਪੂਰਾ ਦਿੱਤਾ ਸੀ, ਅਤੇ ਤਾਂ ਹੀ ਸਾਥ ਮਤਲਬ ਉਹਨਾਂ ਨੇ ਸਾਨੂੰ ਦਿੱਤਾ, ਪ੍ਰਾਊਡ ਕੀਤਾ ਸਾਡੇ 'ਤੇ, ਅਤੇ ਆਪਾਂ ਵੀ ਉਹਨਾਂ ਦਾ ਸਾਥ ਦਿੱਤਾ ਪਿਓ ਦਾ। ਤੇ ਪਿਤਾ ਜੀ ਵੀ ਸਾਡੇ ਨਾਲ ਮੌਜੂਦ ਨੇ ਸਨੀ ਦੇ। ਖਾਸ ਤੌਰ ਤੇ ਕੁਝ ਚੈਨਲ ਇਹ ਖਬਰਾਂ ਵੀ ਚਲਾ ਰਹੇ ਨੇ ਕਿ ਪਿਤਾ ਜੀ ਦੀ ਮੌਤ ਹੋ ਗਈ ਔਰ ਉਸ ਤੋਂ ਬਾਅਦ ਕੁੜੀ ਜਿਹੜੀ ਹੈ ਕੰਮ ਕਰ ਰਹੀ ਹੈ, ਲੇਕਿਨ ਇਸ ਦੀ ਸਪਸ਼ਟੀਕਰਨ ਜਿਹੜਾ ਉਹ ਸਾਹਮਣੇ ਦਿੰਦੇ ਆ ਕਿ ਪਿਤਾ ਜੀ ਜਿੰਦਾ ਨੇ। ਪਿਤਾ ਜੀ ਦੇ ਅੱਜ ਹਾਲਾਤ ਜ਼ਰੂਰ ਮਾੜੇ ਨੇ, ਕਿਉਂਕਿ ਕਿਤੇ ਨਾ ਕਿਤੇ ਜਦੋਂ ਇਲਾਜ ਕਰਾ ਰਹੇ ਨੇ, ਲੇਕਿਨ ਅੱਜ ਉਹ ਜਿੰਦਾ ਨੇ। ਲੇਕਿਨ ਕੁੜੀ ਦਾ ਸਹਾਰਾ ਜਿਹੜਾ ਕਿਤੇ ਨਾ ਕਿਤੇ, ਉਹ ਕੁੜੀ ਅੱਜ ਸਨੀ ਜਿਹੜਾ ਸਹਾਰਾ ਹੈ ਅੱਜ ਇਸ ਪਿਓ ਦਾ ਬਣੀ ਹੋਈ ਹੈ। ਕੁਝ ਚੈਨਲ ਖਬਰ ਚਲਾ ਰਹੇ ਨੇ ਕਿ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ, ਉਸ ਤੋਂ ਬਾਅਦ ਕੁੜੀ ਕੰਮ ਕਰ ਰਹੀ ਹੈ, ਲੇਕਿਨ ਪਿਤਾ ਜੀ ਇਸ ਸਮੇਂ ਜਿੰਦਾ ਨੇ ਔਰ ਕੁਝ ਹਾਲਾਤ ਮਾੜੇ ਨੇ, ਲੇਕਿਨ ਪਿਤਾ ਜੀ ਜਿੰਦਾ ਨੇ। ਔਰ ਉਸ ਬੇਟੀ ਦਾ ਜਿਹੜਾ ਅੱਜ ਬੇਟੀ ਹੈ, ਉਸ ਪਿਤਾ ਜੀ ਦਾ ਸਹਾਰਾ ਬਣ ਰਹੀ। ਪਿਤਾ ਜੀ ਵੀ ਸਾਡੇ ਨਾਲ ਮੌਜੂਦ ਨੇ। ਕੀ ਨਾਮ ਕੀ ਹੈ ਸਰ ਤੁਹਾਡਾ? ਮੇਰਾ ਨਾਮ ਪ੍ਰੇਮ ਕੁਮਾਰ ਹੈ ਜੀ। ਮੈਂ ਸੰਕੇਤਨਾ ਦਾ ਫਾਦਰ ਹੈ।
ਮੇਰੇ ਐਕਸੀਡੈਂਟ ਹੋ ਗਿਆ ਬਾਈਪਾਸ ਤੇ ਉਸ ਤੋਂ ਬਾਅਦ ਫਿਰ ਮੇਰੀ ਬੇਟੀ ਨੇ ਮੇਰਾ ਕਾਰੋਬਾਰ ਜਿਹੜਾ ਸੰਭਾਲਿਆ ਹੋਇਆ ਹੈ। ਤੇ ਮੈਂ ਬਸ ਬੱਚੀ ਨੂੰ ਇਹੋ ਹੀ ਸਮਝਾਉਂਦਾ ਰਿਹਾ ਕਿ ਬੱਚਾ ਜਿਹਦੇ ਘਰ ਜਾਣਾ ਕੋਈ ਮਾੜਾ ਲਾਂਭਾ ਨਾ ਆਵੇ, ਮਾੜੀ ਲੜਾਈ ਨਾ ਕਰਨੀ, ਕਿਸੇ ਨਾਲ ਬੋਲਣਾ ਨਹੀਂ ਫਾਲਤੂ। ਮੇਰੇ ਗਾਹਕ ਬਹੁਤ ਅੱਛੇ, ਮੈਂ ਗਾਹਕਾਂ ਦੇ ਘਰ ਪੋਤਰੇ ਵਾਲਾ ਹੋ ਚੱਲਿਆ ਔਰ ਬਹੁਤ ਮੈਂ ਅੱਛੀ ਤਰੀਕੇ ਨਾਲ ਰਿਹਾ ਔਰ ਤੁਸੀਂ ਵੀ ਅੱਛੇ ਤਰੀਕੇ ਨਾਲ ਮੇਰੇ ਗਾਹਕਾਂ ਨਾਲ ਵਰਤਣਾ ਹੈ। ਬਾਪੂ ਜੀ ਕਿਤੇ ਐ ਤਾਂ ਨਹੀਂ ਕਿ ਜਦੋਂ ਧੀਆਂ ਹੁੰਦੀਆਂ ਨੇ ਨਾ, ਕਈ ਪਿੰਡਾਂ ਦੇ ਕਿੱਦਾਂ ਪਿੰਡਾਂ ਦਾ ਮਾਹੌਲ ਹੁੰਦਾ ਹੈ ਕਿ ਕਹਿੰਦੇ ਕਿ ਧੀਆਂ ਨਹੀਂ ਹੋਣੀਆਂ ਚਾਹੀਦੀਆਂ, ਮੁੰਡਾ ਹੋਣਾ ਚਾਹੀਦਾ ਕਿ ਸਾਰਾ ਬਣੂਗਾ, ਜ਼ਮੀਨ ਵੰਡੂਗੀ, ਡੰਗਰ ਵੰਡਣਗੇ। ਲੇਕਿਨ ਹੁਣ ਕਿੱਦਾਂ ਲੱਗਦਾ ਹੈ ਕਿ ਉਹ ਕਦੀ ਮਨ 'ਚ ਆਇਆ ਸੀ ਕਿ ਇਹ ਮੇਰੀ 2 ਧੀਆਂ ਹੋਈਆਂ ਨੇ, ਉਸ ਤੋਂ ਬਾਅਦ ਇੱਕ ਮੁੰਡਾ ਹੋਇਆ ਛੋਟਾ, ਕਿ ਪਹਿਲਾਂ ਮੁੰਡਾ ਹੋਣਾ ਚਾਹੀਦਾ ਸੀ ਫਿਰ ਧੀ? ਉਹ ਤੇ ਚਲੋ ਬਾਕੀ ਗੱਲ ਇਹ ਹੈ ਕਿ ਵੀ ਬੇਟੀਆਂ ਜਦੋਂ ਹੋਈਆਂ ਮੈਂ ਤੇ ਮਹਿਸੂਸ ਹੀ ਨਹੀਂ ਕੀਤਾ। ਮੈਂ ਇਹਨਾਂ ਮੁੰਡਿਆਂ ਵਾਂਗੂ ਕਰਦਾ ਰਿਹਾ, ਓਏ ਆ ਫੜ ਮੋਟਰਸਾਈਕਲ, ਓਏ ਆ ਚਲਾ, ਓਏ ਆ ਇੱਥੇ ਰੱਖ ਕੇ ਆ, ਓਏ ਆ ਉੱਧਰ ਲਾ, ਓਏ ਉੱਧਰ ਲਾ। ਇਸ ਤਰ੍ਹਾਂ ਮੈਂ ਹੌਲੀ ਹੌਲੀ ਚਾਲੇ ਪਾਇਆ ਇਹਨਾਂ ਨੂੰ ਅਤੇ ਮੈਂ ਗੱਡੀ ਇਹਨਾਂ ਨੂੰ ਚਲਾਉਣੀ ਸਿਖਾਈ ਸੀ। ਔਰ ਮੇਰੀਆਂ ਗੁੱਡੀਆਂ ਜਿਹੜੀਆਂ ਸੀ ਹਰ ਗੱਡੀ ਚਲਾ ਲੈਂਦੀਆਂ ਸੀ। ਇਹ ਛੋਟੀ ਨੂੰ ਜਿੱਦੀ ਪੈ ਇਹਨਾਂ ਕਿ ਮੈਂ ਇੱਧਰ ਮੋਟਰਸਾਈਕਲ ਚਲਾਉਣਾ, ਇਹਨੇ ਭਾਂਡੇ ਸਮੇਤ ਚਲਾ ਲੈਣਾ। ਤੋ ਉਹਨੂੰ ਪ੍ਰੈਕਟਿਸ ਹੋਈ ਸੀ। ਫਿਰ ਜਦੋਂ ਮੇਰੀ ਲੱਤ ਟੁੱਟੀ ਵੀ ਮੈਂ ਮੁਸ਼ਕਿਲ ਬੜੀ, ਮੈਂ ਉਦੋਂ ਸੋਚਿਆ ਮੈਂ ਲੈ ਬਈ ਹੁਣ ਤਾਂ ਸਾਰਾ ਕੰਮ ਮਿੱਟੀ ਹੋ ਗਿਆ, ਰੋਟੀ ਪਾਣੀ ਔਖਾ ਹੋ ਜਾਏਗਾ ਚਲਾਉਣਾ। ਤਾਂ ਫਿਰ ਮੈਂ ਗੁੱਡੀ ਨੂੰ ਮੋਬਾਇਲ ਦੀ ਜਿਹੜੀ ਸਹੂਲਤ ਤੋਂ ਮੋਬਾਇਲ ਤੋਂ ਮੈਂ ਦੱਸਣਾ ਇਹਨੂੰ ਗਾਹਕ ਦਾ ਫਲਾਣੇ ਦਾ ਘਰ ਇੱਥੇ ਆ, ਫਲਾਣੇ ਦਾ ਘਰ ਇੱਥੇ ਆ, ਆਹ ਗਲੀ ਮੁੜ ਕੇ ਇੱਥੇ ਜਾ ਕੇ ਇੰਨਾ ਨੰਬਰ ਆ ਜਾਏਗਾ, ਇੰਨਾ ਨੰਬਰ ਆ ਜਾਏਗਾ। ਉੱਥੇ ਜਾ ਕੇ ਨਾਂ ਲੈਦੀ ਆਂਟੀ ਨੂੰ ਦੱਸਦੀ ਕਿ ਮੇਰੇ ਫਾਦਰ ਨੂੰ ਆਹ ਵਾ, ਅਤੇ ਬੱਚੀ ਨੇ ਉਸੇ ਤਰ੍ਹਾਂ ਦੁੱਧ ਦੇਣਾ। ਲੋਕਾਂ ਨੇ ਬਹੁਤ ਬੱਚੀ ਦਾ ਸਾਥ ਦਿੱਤਾ ਔਰ ਬੱਚੀ ਦੇ ਨਾਲ ਉਸੇ ਤਰ੍ਹਾਂ ਉਹਨਾਂ ਨੇ ਦੁੱਧ ਪਵਾਉਣਾ ਔਰ ਬੜਾ ਮਤਲਬ ਮੇਰਾ ਔਖਾ ਟਾਈਮ ਕੱਢਿਆ ਔਰ ਨਿਕਲਦਿਆ ਪਿਆ ਵਾ। ਬਾਕੀ ਹੋਰ ਥੋੜ੍ਹੇ ਦਿਨ ਦੀ ਗੱਲ ਹੈ, ਬਾਕੀ ਚੱਲਣ ਡਿਆ ਆਪਣਾ ਵਾ। ਬਾਕੀ ਗੁਰੂ ਮਹਾਰਾਜ ਦੀ ਕਿਰਪਾ ਹੋਈ ਤੇ ਆਪਣਾ ਕੰਮ ਸਾਂਭ ਲਾਂਗੇ ਫਿਰ ਦੁਬਾਰਾ ਨਵੇਂ ਸਿਰੋਂ। ਅੱਛਾ ਬਾਪੂ ਜੀ, ਆਪਰੇਸ਼ਨ ਕਿੱਦਾਂ ਹੁੰਦਾ, ਇਹ ਹਾਲਾਤ ਕਿੱਦਾਂ ਬਣਦੇ ਨੇ, ਇਹ ਪੈਰਾਂ ਦੇ ਹਾਲਾਤ ਜਿਸ ਤਰੀਕੇ ਦੇ ਨਾਲ ਬਣੇ ਹੋਏ ਨੇ, ਇਹ ਕਿਸ ਸਮੇਂ ਹੁੰਦਾ ਜਦੋਂ ਦੁੱਧ ਵੰਡ ਰਹੇ ਸੀ ਜਾਂ ਕਿਸ ਤਰੀਕੇ ਦੇ, ਇਹ ਕਿਸ ਸਮੇਂ ਹੁੰਦਾ? ਦੁੱਧ ਦੇ ਕੇ ਘਰ ਨੂੰ ਆ ਰਿਹਾ ਸਾਂ ਅਤੇ ਮੁੰਡੇ ਸ਼ਰਾਰਤੀ ਨਸ਼ੇ ਪੱਤੇ ਵਾਲੇ ਮੁੰਡੇ ਸੀ, ਉਹਨਾਂ ਨੇ ਉਹ ਮੇਰੇ ਵਿੱਚ ਵੱਜੇ ਅਤੇ ਮੈਂ ਉਹਨਾਂ ਨੂੰ ਆਵਾਜ਼ਾਂ ਵੀ ਮਾਰਦਾ ਰਹਿ ਗਿਆ। ਗਮਟਾਲੇ ਪੁਲ ਦੇ ਕੋਲ ਰੇਤ ਬਜਰੀ ਦੇ ਓਲੇ ਦੇ ਕਰਕੇ ਨਾ ਉਹ ਇੱਕਦਮ ਹੀ ਅੱਗੇ ਆ ਗਏ ਅਤੇ ਉਹਦੇ ਨਾਲ ਫਿਰ ਮੇਰੀ ਲੱਤ ਟੁੱਟ ਗਈ। ਉਹ ਤਾਂ ਭੱਜ ਗਏ ਅਤੇ ਫਿਰ ਬਾਅਦ ਦੇ ਵਿੱਚ ਮੈਨੂੰ ਬੱਚਿਆਂ ਨੂੰ ਮੈਂ ਫੋਨ ਕੀਤਾ ਕਿ ਲੋਕਾਂ ਨੂੰ ਫੋਨ ਕਰਵਾਇਆ, ਘਰੋਂ ਫਿਰ ਮੈਨੂੰ ਲੈ ਕੇ ਗਏ ਅਤੇ ਫਿਰ ਮਤਲਬ ਬਾਅਦ ਦੇ ਵਿੱਚ ਹੋਸਪਿਟਲ ਲੈ ਗਏ। ਹੋਸਪਿਟਲ ਤੋਂ ਫਿਰ ਮੈਨੂੰ ਪਿਆ ਰਿਹਾ ਫਿਰ ਮੰਜੀ 'ਤੇ, ਫਿਰ ਮੇਰੇ ਚੱਲਦੇ ਰਹੇ 1.5 ਸਾਲ। ਉਹਦੇ ਇੰਝ ਕਿ ਜਿਵੇਂ ਡਾਕਟਰਾਂ ਨੂੰ ਕੋਈ ਫਿਸ ਕੋਈ ਲੱਭ ਗਈ ਹੁੰਦੀ, ਮੈਨੂੰ ਛੱਡਦੇ ਹੀ ਨਹੀਂ ਰਹੇ, ਕਦੀ ਕਦੀ ਇਹ ਹਸਪਤਾਲ, ਕਦੀ ਕਿਸੇ ਹਸਪਤਾਲ। ਆਪਰੇਸ਼ਨ ਡਿਗਰੀਆਂ ਲਿਖ ਲੈਂਦੇ ਆ, ਕੰਮ ਹੀ ਕਰਨੇ ਨਹੀਂ ਕਲੀਅਰ ਆਉਂਦੇ। ਪਤਾ ਨਹੀਂ ਕਿਸ ਤਰ੍ਹਾਂ ਪੜ੍ਹਾਈਆਂ ਕਰਦੇ, ਮੈਨੂੰ ਤਾਂ ਸਮਝ ਲੱਗਦੀ ਜੇ ਪੜ੍ਹਾਈ ਨਹੀਂ ਆਉਂਦੀ ਤਾਂ ਨਹੀਂ ਇਹੋ ਜਿਹਾ ਕੰਮ ਕਰਨਾ। ਕਿਹੜੇ ਆਪਰੇਸ਼ਨ ਹੋਏ ਨੇ ਅੱਜ, ਇਹ ਹਾਲਾਤ ਬਣੇ ਹੋਏ ਨੇ, ਹੁਣ ਡਾਕਟਰ ਕਹਿੰਦਾ ਕੀ ਹੈ ਕਿ ਇਹ ਕਦੋਂ ਜਿਹੜੇ ਉਹ ਠੀਕ ਹੋਣਗੇ ਹਾਲਾਤ? ਇਹ ਡਾਕਟਰ ਤਾਂ ਕਹਿੰਦੇ ਆਂਦੇ ਕੋਈ ਗੱਲ ਨਹੀਂ, ਇਹ ਥੋੜ੍ਹਾ ਜਿਹਾ ਜ਼ਖਮ ਹੈ, ਬਾਕੀ ਸਹੀ ਹੋ ਜਾਏਗਾ। ਬਾਕੀ ਆਂਦੇ ਕਿ ਵੀ ਰੈਸਟ ਕਰੋ, ਰੈਸਟ ਜ਼ਰੂਰੀ ਆ। ਬਾਕੀ ਉਹਦੇ ਨਾਲ ਹੁਣ ਥੋੜ੍ਹਾ ਬੈਠੇ ਆ ਘਰ। ਮੈਂ 10 ਕੁ ਦਿਨ ਕੰਮ ਸ਼ੁਰੂ ਕੀਤਾ ਸੀ ਅਤੇ ਫਿਰ ਖਰਾਬ ਜਿਹਾ ਹੋ ਗਿਆ। ਬਾਕੀ ਵੇਖੋ ਹੁਣ ਛੇਤੀ ਠੀਕ ਹੋ ਜਾਵਾਂਗਾ ਤਾਂ ਫਿਰ ਕੰਮ ਕਰਾਂਗਾ, ਕਰਨਾ ਤਾਂ ਪੈਣਾ ਹੀ ਆ। ਬਾਕੀ ਬੱਚਿਆਂ ਦੇ ਸਾਰੀ ਧੀਆਂ ਦਾ ਕਿੱਦਾਂ ਲੱਗਦਾ, ਕਿਉਂਕਿ ਧੀ ਹੁਣ ਦੁੱਧ ਵੰਡਦੀ ਘਰ ਘਰ ਜਾ ਕੇ, ਕਿਉਂਕਿ ਮਾਂ ਪਿਓ ਨੂੰ ਨਾ ਇੱਕ ਚਿੰਤਾ ਬੜੀ ਹੁੰਦੀ ਜਦੋਂ ਧੀ ਹੁੰਦੀ ਹੈ, ਕਹਿੰਦਾ ਪਹਿਲਾਂ ਇਹਨੂੰ ਵੱਡਾ ਕਰਨਾ, ਉਸ ਤੋਂ ਬਾਅਦ ਇਹਦਾ ਵਿਆਹ ਵੀ ਕਰਾਉਣਾ। ਫਿਰ ਹੁਣ ਇਹ ਧੀਆਂ ਜਿਹੜੀਆਂ ਨੇ ਹੁਣ ਸਹਾਰਾ ਬਣੀਆਂ ਹੋਈਆਂ ਨੇ। ਉਹ ਹੁੰਦਾ ਤਾਂ ਹੈ ਹੀ ਹੈ ਜੀ, ਇਹ ਤਾਂ ਰੀਤ ਵੀ ਚੱਲੀ ਆਈ ਹੈ। ਬਾਕੀ ਮੈਂ ਫਿਰ ਥੋੜ੍ਹਾ ਅੱਛੇ ਘਰਾਂ 'ਚ ਜਾਂਦਾ ਹਾਂ ਅਤੇ ਫਿਰ ਉਹ ਬੱਚਿਆਂ ਨਾਲ ਵੇਖ ਕੇ ਫਿਰ ਮੇਰਾ ਵੀ ਗੁੱਡੀਆਂ ਨੇ ਫਿਰ ਅੱਛਾ ਕੀਤਾ, ਮੇਰਾ ਬਹੁਤ ਸੰਭਾਲਿਆ, ਹਰ ਕੰਮ ਇਹਨਾਂ ਨੇ ਸੰਭਾਲਿਆ ਔਰ ਹਰ ਚੀਜ਼ ਦਾ ਇਹਨਾਂ ਨੂੰ ਪਤਾ ਵਾ, ਹਰ ਚੀਜ਼ ਦਾ ਭੇਦ ਆ। ਮੈਂ ਇਹ ਨਹੀਂ ਚਾਹੁੰਦਾ ਕਿ ਵੀ ਲੜਕੇ ਦਾ ਛੋਟਾ ਵਾ, ਇਹਦਾ ਪਤਾ ਨਹੀਂ ਕੀ ਸੁੱਖ ਮਿਲਣਾ ਕੀ ਨਹੀਂ ਮਿਲਣਾ। ਬਾਕੀ ਆਪਾਂ ਨੂੰ ਤੇ ਕੁੜੀਆਂ ਨੇ ਜਿਹੜਾ ਸੰਭਾਲ ਲਿਆ, ਬਚਾ ਲਿਆ, ਇਹੋ ਬੜਾ ਵਾ। ਅੱਛਾ, ਇਹ ਕਿੱਦਾਂ ਵੇਖਦੇ ਹੋ, ਕਿਉਂਕਿ ਇਹ ਜਿਹੜਾ ਭਾਣਾ ਵਰਤਣਾ ਸੀ ਉਹ ਤੇ ਵਰਤ ਗਿਆ, ਹੁਣ ਹੁਣ ਧੀਆਂ ਦਾ ਕਿੱਦਾਂ ਵੇਖਦੇ ਹੋ ਕਿ ਇਹ ਧੀਆਂ ਸਹਾਰਾ ਕਿਸ ਤਰੀਕੇ ਦੇ ਨਾਲ ਬਣੀਆਂ ਹੋਈਆਂ ਨੇ, ਵੱਡਾ ਸਹਾਰਾ ਤੇ ਬਣੀਆਂ ਹੋਈਆਂ ਨੇ, ਲੇਕਿਨ ਅੱਗੇ ਦਾ ਕੀ ਸੋਚਦੇ ਹੋ ਕਿ ਐਦਾਂ ਨਹੀਂ ਹੁੰਦਾ ਕਿ ਮੈਂ ਮੁਸ਼ਕਿਲ ਕਦੀ ਇਹ ਸੋਚ ਆਉਂਦੀ ਹੋਵੇ ਯਾਰ ਨਹੀਂ ਯਾਰ ਮੈਂ ਕਿੱਥੇ ਪੈ ਗਿਆ ਕਿ ਮੇਰੀ ਕੁੜੀਆਂ ਕੰਮ ਕਰਨੀਆਂ ਪੈ ਰਹੀਆਂ ਨੇ ਜਾਂ ਘਰ ਦਾ ਦੁੱਖ? ਉਹ ਤਾਂ ਹੁੰਦਾ ਹੀ ਹੈ ਜੀ। ਬਾਕੀ ਹੁਣ ਨਵੇਂ ਸਿਰੋਂ ਜਿਹੜਾ ਇੰਨੇ ਲੱਖ ਦਾ ਘਾਟਾ ਪੈ ਗਿਆ ਵਾ, ਇਹ ਹੁਣ ਪੂਰਤੀ ਥੋੜ੍ਹੀ ਹੋਣੀ ਆ। ਕੋਈ ਜਗ੍ਹਾ ਜੁਗ੍ਹਾ ਵੇਚਾਂਗੇ, ਘਰ ਬਾਰ ਕੋਈ ਉਲਟੋ ਪੁਲਟ ਕਰਾਂਗੇ, ਵੇਚਾਂਗੇ, ਕਿਰਾਏ ਦਾ ਲਾਂਗੇ, ਇਸ ਤਰ੍ਹਾਂ ਕਰਕੇ ਸਰਕਲ ਮੇਨਟੇਨ ਕਰਾਂਗੇ ਹੀ। ਮਤਲਬ ਹੁਣ ਬੱਚਿਆਂ ਨੂੰ ਵੀ ਘਰ ਵਿਆਹੁਣਾ ਵਾ ਜਾਂ ਕੋਈ ਹੁਣ ਨੌਕਰੀਆਂ ਤਾਂ ਇਹਨਾਂ ਦੇ ਵਾਸਤੇ ਹੈ ਨਹੀਂ ਹੈ ਕਿ ਯਕਦਮ ਇਹਨਾਂ ਕੋਈ ਮੰਤਰੀ ਦੀ ਸਪੋਰਟ ਚਾਹੀਦੀ ਆ, ਪੈਸਿਆਂ ਦੀ ਸਪੋਰਟ ਚਾਹੀਦੀ, ਉਹ ਸਾਡੇ ਕੋਲ ਤਾਂ ਕੋਈ ਹੈ ਨਹੀਂ ਆ। ਅਸੀਂ ਤਾਂ ਇਹੋ ਹੀ ਕਿ ਜਰਾ ਕਿ ਘਰ ਬਾਰ ਜਿਹੜਾ ਵੇਚ ਵੂਚ ਕੇ ਇਹਨਾਂ ਨੂੰ ਨੌਕਰੀਆਂ ਨਾਕਰੀਆਂ ਦੇ ਜਾਂ ਕਿਸੇ ਹੋਰ ਕੇ ਚੱਕਰ ਦੇ ਵਿੱਚ ਫਿੱਟ ਕਰਾਂਗੇ ਜਾਂ ਬਾਹਰ ਨੂੰ ਭੇਜਾਂਗੇ ਜਾਂ ਕੋਈ ਕਰਾਂਗੇ। ਬਾਕੀ ਇਹ ਕਿ ਵੀ ਕੋਈ
ਆਰਥਿਕ ਕੋਈ ਸਰਕਾਰੀ ਨਾਲੇ ਸਾਨੂੰ ਸਹੂਲਤਾਂ ਥੋੜ੍ਹੀ ਕੋਈ ਇਹੋ ਜਿਹੀਆਂ ਬ੍ਰਾਹਮਣ ਹੈਗੇ ਆ ਕੋਈ ਸਾਨੂੰ ਇਹੋ ਜਿਹੇ ਤੇ ਕੋਈ ਨਹੀਂ, ਮੈਂ ਤੇ ਲੱਗਦਾ ਨਹੀਂ। ਅਸੀਂ ਤਾਂ ਆਪਣੇ ਜੋ ਬੀਜਣਾ ਉਹ ਵੱਢਣ, ਜੋ ਕੰਮ ਕਰਾਂਗੇ ਤੇ ਉਹਦੇ ਨਾਲ ਹੀ ਗੁਜ਼ਾਰਾ ਕਰਨਾ ਪੈਣਾ ਵਾ। ਜਿਵੇਂ ਕਿ ਕੋਈ ਜ਼ਮੀਨਾਂ ਤੇ ਬਹੁਤ ਔਖੀਆਂ ਬਣਦੀਆਂ ਹੁੰਦੀਆਂ ਨੇ, ਘਰ ਬੜੇ ਔਖੇ ਬਣਦੇ ਹੁੰਦੇ ਨੇ, ਇਸ ਦੌਰਾਨ ਕੀ ਕੁਝ ਜਿਹੜਾ ਖੋਇਆ? ਕਿਉਂਕਿ ਅਫਸੋਸ ਵੀ ਹੋਇਆ ਹੋਣਾ ਕਿ ਇਹ ਚੀਜ਼ ਖੋਤੀ ਗਈ, ਇਹ ਚੀਜ਼ ਮੈਂ ਬੜੀ ਮਿਹਨਤ ਦੇ ਨਾਲ ਬਣਾਈ ਸੀ, ਭਾਵੇਂ ਉਹ ਡੰਗਰ ਹੋਵੇ, ਭਾਵੇਂ ਉਹ ਘਰ ਹੋਵੇ, ਭਾਵੇਂ ਉਹ ਜ਼ਮੀਨ ਹੋਵੇ। ਉਹ ਤਾਂ ਗਾਈਆਂ ਬਣਾਉਣੀਆਂ ਕਿਹੜੀਆਂ ਸੌਖੀਆਂ। ਗਾਈ ਲੈ ਕੇ ਸੂਣ ਵਾਲੀ ਕਰਨੀ, ਫਿਰ ਉਹਨੂੰ ਚੋਣ ਬਾਅਦ ਦੁੱਧ ਵਾਸਤੇ ਤਿਆਰ ਕਰਨਾ ਕਿ ਵੀ ਹਾਂ ਵੀ ਇਹ ਸੂਏਗੀ, ਮੇਰੇ ਭਾਂਡੇ 'ਚ ਦੁੱਧ ਪਏਗਾ, ਮੇਰੀ ਉੱਨਤੀ ਹੋਏਗੀ। ਤੇ ਫਿਰ ਉਹ ਵੀ ਵਿਕ ਗਈਆਂ। ਤੇ ਫਿਰ ਉਹ ਮਤਲਬ ਬੱਚਿਆਂ ਦੇ ਵਾਸਤੇ ਉਹਨਾਂ ਨੂੰ ਮੈਂ ਉੱਠਾਂਗਾ, ਕੋਈ ਰਜਿਸਟਰੀਆਂ ਵੇਚਾਂਗਾ, ਕੋਈ ਜਗ੍ਹਾ ਵੇਚਾਂਗਾ, ਕੋਈ ਆਹ ਕਰਾਂਗਾ ਉਹ ਕਰਾਂਗਾ। ਹੁਣ ਤਾਂ ਜਾਣਾ ਹੀ ਜਾਣਾ ਵਾ, ਮਤਲਬ ਬਣਾਉਣ ਦੀ ਤੇ ਆਸ ਨਹੀਂ ਕਿਉਂਕਿ ਜਿਹੜੀਆਂ ਲੱਤਾਂ ਇੱਕ ਟੁੱਟ ਗਈਆਂ ਉਹਨਾਂ ਨੇ ਉਹੋ ਜਿਹੀਆਂ ਥੋੜ੍ਹੀ ਬਣ ਜਾਣਾ। ਬਾਕੀ ਇਹ ਬੱਚਿਆਂ ਦੇ ਭਾਗ ਅੱਗੇ, ਕੋਈ ਕਿਸੇ ਚੀਜ਼ ਦੀ ਗਰੰਟੀ ਨਹੀਂ ਦਿੱਤੀ ਅੱਛਾ, ਜਾਂਦੀ। ਕਦੀ ਸਨੀ ਇਹ ਤੇ ਨਹੀਂ ਹੁੰਦੀ, ਨਾਰਾਜ਼ ਹੋ ਕੇ ਆ ਜਾਂਦੀ ਕਿ ਨਹੀਂ ਯਾਰ ਪਾਪਾ ਕਿੱਥੇ ਲੱਗ ਗਏ, ਤੁਸੀਂ ਤਗੜੇ ਹੋ, ਹੋਰ ਕੰਮ ਕਰੋ, ਮੈਂ ਤਾਂ ਕਿੱਥੇ ਫਸਾਦਾ ਮੈਨੂੰ। ਬੱਚੇ ਘਰ ਦੇ ਹੁੰਦੇ ਆ, ਗਰਮੀਆਂ ਹੁਣ ਮੇਰੇ ਤੇ ਮਜਬੂਰੀ ਸੀ ਤੇ ਬੱਚਿਆਂ ਨੇ ਤੇ ਹੁਣ ਗੱਲ ਪਿਆ ਢੋਲ ਵਜਾਉਣ ਵਾਲੀ ਗੱਲ ਹੈ ਕਿ ਬੱਚਿਆਂ ਨੇ ਤੇ ਹੁਣ ਮਜਬੂਰੀ ਨੂੰ ਸਾਰਾ ਕਾਰਜ ਕਰਨਾ ਹੀ ਆ। ਤੇ ਇਹ ਤੇ ਕਹਿ ਨਹੀਂ ਸਕੀਦਾ ਵੀ ਬੱਚਿਆਂ ਨੂੰ ਪਤਾ ਹੈ ਕਿ ਵੀ ਕਮਾਵਾਂਗੇ ਤੇ ਪੱਟੀਆਂ ਕਰਾਵਾਂਗੇ, ਪੱਟੀ ਕਰਾਉਣ ਵਾਸਤੇ ਜਾਂ ਕੁਛ ਕੰਮ ਕਰਨ ਵਾਸਤੇ ਮਤਲਬ ਕੰਮ ਕਰਨਾ ਹੀ ਪੈਣਾ ਵਾ। ਤੇ ਹੋਰ ਕੋਈ ਸਰਕਾਰੀ ਤੇ ਹੈ ਨਹੀਂ ਹੈ ਕਿ ਵੀ ਜੇ ਘੁੱਗੂ ਵੱਜਾ ਤੇ ਡਿਊਟੀ 'ਤੇ ਭੱਜ ਗਏ, ਘੁੱਗੂ ਵੱਜਾ ਤੇ ਘਰ ਜੇ ਕੋਈ ਮੈਡੀਕਲ ਮਿਲ ਜਾਣਾ ਵਾ, ਜਾਂ ਕੋਈ ਛਿੱਕ ਮਿਲ ਜਾਣੀ ਹੈ, ਜਾਂ ਕੋਈ ਸਾਨੂੰ ਮੈਡੀਕਲ ਛੁੱਟੀ ਮਿਲ ਜਾਣੀ ਹੈ ਕਿ ਵੀ ਅੱਜ ਤੁਸੀਂ ਦੁੱਧ ਨਾ ਆਓ ਤੁਹਾਡੀ ਹਾਜ਼ਰੀ ਲੱਗ ਜਾਏਗੀ, ਜਾਂ ਤੁਹਾਨੂੰ ਪੈਸੇ ਮਿਲ ਜਾਣਗੇ। ਉਹਦੇ ਦੁੱਧ ਪਾਵਾਂਗੇ ਤੇ ਦੁੱਧ ਦੇ ਪੈਸੇ ਮਿਲਣੇ ਆ। ਹਾਂਜੀ, ਤੋ ਡੰਗਰ ਆ ਤੇ ਡੰਗਰ ਸੂਏਗਾ, ਆਸ ਸੀ ਉਹ ਸੂਣ ਲੱਗਾ ਡੰਗਰ ਤੇ ਫਿਰ ਉਹਨੂੰ ਵੇਚਣਾ ਪਿਆ। ਹਾਂਜੀ, ਜਿਹੜਾ ਡੰਗਰ 50,000 ਦਾ ਤੇ ਗਾਹਕ ਨੇ ਕਹਿਣਾ ਯਾਰ ਉਹਦੇ ਸੱਟ ਲੱਗੀ ਤੇ ਘਰ ਦੇ ਬੱਚਿਆਂ ਨੂੰ ਤੇ ਲੋੜ ਆ ਪੈਸਿਆਂ ਦੀ। ਨਹੀਂ ਜੀ 25,000 ਹੁਣ ਤੇ ਮੰਦਾ ਵਾ ਬਾਜ਼ਾਰ ਦੇ ਵਿੱਚ, 25,000 ਦੀ ਵਿਕਣੀ ਆ, 25 ਦੀ 26 ਮਿਲ ਦੇ ਦਿਆਂਗੇ ਤੁਹਾਨੂੰ ਸ਼ਾਹ ਜੀ, ਹੋਰ ਕੀ ਕਰ ਸਕਦੇ। ਤੁਸੀਂ ਪਹਿਲਾਂ ਕਿੰਨੇ ਘਰਾਂ 'ਚ ਦੁੱਧ ਪਾਉਂਦੇ ਸੀ ਤੇ ਹੁਣ ਸਨੀ ਕਿੰਨੇ ਘਰਾਂ 'ਚ ਦੁੱਧ ਪਾ ਰਹੀ ਹੈ? ਉਹ ਮੇਰੇ ਕੋਲ ਤਾਂ ਬਥੇਰੇ ਘਰ ਸੀ, ਮੇਰੇ ਤਾਂ ਕੁਇੰਟਲ 1.5 ਕੁਇੰਟਲ ਦੁੱਧ ਦਾ ਭੁਗਤਾਨ ਸੀ। ਹੁਣ ਗੁੱਡੀ ਦੇ ਕੋਲ ਗਾਹਕ ਕਈ ਦੁੱਧ ਲੈਣਾ ਘੱਟ ਪਸੰਦ ਕਰਦੇ ਆ, ਕੋਈ ਲੈਂਦਾ ਹੀ ਨਹੀਂ ਆ। ਤੇ ਮਤਲਬ ਉਹਦੇ ਕਰਕੇ ਹੈਗਾ 80 ਕਿਲੋ 90 ਕਿਲੋ ਦਾ ਭੁਗਤਾਨ ਹੈਗਾ, ਘੱਟ ਗਿਆ ਅੱਗੇ ਦਾ ਵੀ 50 ਕਿਲੋ ਤੱਕ ਫਰਕ ਪਿਆ ਵਾ। ਬਾਕੀ ਵੇਖੋ, ਮੈਂ ਟਾਈਮ ਨਾਲ ਆ ਕਿ ਵੀ ਹੁਣ ਗਾਹਕ ਨੇ ਜੋ ਅਸੀਂ ਗੱਲ ਕਰ ਲੈਣੀ ਆ, ਉਹ ਲੜਕੀ ਕੋਲੋਂ ਨਹੀਂ ਲੋਕੀ ਕਈ ਲੈਣਾ ਪਸੰਦ ਕਰਦੇ ਦੁੱਧ, ਤੇ ਉਹ ਵੀ ਮਜਬੂਰੀ ਨਾਲ ਦੁੱਧ ਦਾ ਮਤਲਬ ਆਪਣਾ ਸਰਕਲ ਚਲਾਈ ਜਾ ਰਹੀ ਆ। ਤੇ ਚਲੋ ਗਾਹਕ ਵੀ ਜਿਹੜੇ ਨਾਲ ਜੁੜੇ ਹੋਏ ਆ ਕਿ ਵੀ ਇਹ ਆਪਣੇ ਪੁਰਾਣੇ ਸ਼ਰਮਾ ਜੀ ਦੀ ਬੇਟੀ ਆ ਤੇ ਚਲੋ ਦੁੱਧ ਲਈ ਜਾਂਦੇ ਆ। ਜੇ ਲੋਕੀ ਨਵੇਂ ਆ ਤੇ ਨਵੇਂ ਕੋਈ ਗਾਹਕ ਨਹੀਂ ਹੈ ਸਾਡੇ ਨਾਲ ਕਿ ਜੁੜਿਆ ਕਿ 4 ਕਿਲੋ ਦੁੱਧ ਦੇ ਜੋ ਪੰਡਤ ਜੀ ਸ਼ਰਮਾ। ਗ੍ਰਾਹਕਾਂ ਨੇ ਵੀ ਸਾਥ ਨਹੀਂ ਦਿੱਤਾ ਕਿ ਇੰਨੇ ਸਮੇਂ ਕੰਮ ਕਰਦੇ ਰਹੇ, ਉਹਨਾਂ ਨੂੰ ਦੁੱਧ ਪਿਲਾਉਂਦੇ ਰਹੇ, ਔਰ ਉਸ ਤੋਂ ਬਾਅਦ ਵੀ ਸਾਥ ਨਹੀਂ ਦਿੱਤਾ ਕਿ ਜੇ ਮਜਬੂਰੀ ਆਈ ਹੈ, ਜੇ ਕਿਤੇ ਵਿਪਤਾ ਆਈ ਹੈ ਤਾਂ ਉਸ ਤੇ ਸਾਥ ਦੇਣਾ ਜ਼ਰੂਰੀ ਸੀ। ਲੇਡੀਜ਼ ਤੇ ਕਹਿੰਦੀਆਂ ਬੰਦੇ ਫਿਰ ਕਈ ਆਪੋ ਆਪਣੀ ਰੈਪੂਟੇਸ਼ਨਾਂ ਵੇਖ ਲੈਂਦੇ ਆ, ਇੱਜ਼ਤ ਵੇਖ ਲੈਂਦੇ, ਸਟੈਂਡਰਡ ਵੇਖ ਲੈਂਦੇ ਆ ਕਿ ਕੁੜੀ ਲੈ ਕੇ ਦੁੱਧ ਆਏਗੀ ਇੰਝ ਇੰਝ, ਚਲੋ ਛੱਡੋ ਹੌਲੀ ਹੌਲੀ ਕਰਕੇ ਅਸੀਂ ਹੁਣ ਸਾਨੂੰ ਪੈਕਟਾਂ ਵਾਲਾ ਦੇਣ ਲੱਗ ਪਿਆ, ਉਹ ਆ ਗਿਆ ਉਹ ਆ ਗਿਆ। ਉਹ ਮਤਲਬ ਕੋਈ ਨਾ ਕਈ ਜਿਹੜੇ ਨਾ ਮਤਲਬ ਸਾਥ ਤੋਂ ਭੱਜਦੇ ਰਹੇ ਆ, ਔਰ ਭੱਜ ਕੇ ਕੋਈ ਗੱਲ ਨਹੀਂ, ਜਦੋਂ ਫਿਰ ਮੈਦਾਨ 'ਚ ਆਵਾਂਗੇ ਉਤਰ ਜਾਣਗੇ। ਪਰ ਨਹੀਂ, ਹੁਣ ਉਹ ਜਿਨ੍ਹਾਂ ਨੇ ਇਸ ਟਾਈਮ 'ਤੇ ਸਾਥ ਨਹੀਂ ਦਿੱਤਾ ਤਾਂ ਗਾਂ ਮੈਂ ਵੀ ਨਹੀਂ ਉਹਨਾਂ ਨੂੰ ਲਾਈਕ ਕਰਦਾ ਕਿ ਵੀ ਗਾਂ ਉਹਨਾਂ ਨੂੰ ਮੈਂ ਦੁੱਧ ਦੇਵਾਂ, ਕਿਉਂਕਿ ਮੈਂ ਵੀ ਦੁੱਧ ਲੈ ਕੇ ਜਾਣਾ ਕਿਸੇ ਦੇ ਘਰ ਤੇ ਫਿਰ ਬੜੀ ਅਗਲੇ ਦੀ ਸੁੱਖ ਮੰਗੀ ਦੀ ਹੈ ਕਿ ਵੀ ਮੇਰੀ ਚੀਜ਼ ਜਾਂਦੀ ਪਈ ਅਗਲੇ ਦੇ ਘਰ ਤੇ ਇਹਨਾਂ ਨੂੰ ਮੈਨੂੰ ਇੱਜ਼ਤ ਮਿਲੇ, ਇਹਨਾਂ ਨੂੰ ਇੱਜ਼ਤ ਮਿਲੇ। ਹਾਂਜੀ, ਸਾਨੂੰ ਦੋਵਾਂ ਦਾ ਪਿਆਰ ਜਿਹੜਾ ਵਧੀਆ ਬਣਦਾ ਰਹੇ, ਦੋਵਾਂ ਘਰਾਂ ਨੂੰ ਇੱਜ਼ਤ ਮਿਲਦੀ ਰਹੇ। ਹੁਣ ਉਹਨਾਂ ਨੇ ਜਦੋਂ ਮੇਰਾ ਨਹੀਂ ਮਾੜੇ ਟਾਈਮ ਸਾਥ ਦਿੱਤਾ ਤਾਂ ਫਿਰ ਉਹ ਸਰਕਲ ਕੀ ਕੀਤਾ ਜਾ ਸਕਦਾ। ਇੱਕ ਚੀਜ਼ ਬੜੀ ਖਾਸ ਲੱਗੀ ਤੁਹਾਡੇ ਦੋਨਾਂ ਦੇ ਵਿੱਚ ਮੈਨੂੰ ਕਿ ਔਖਾ ਹੋਇਆ, ਦੁੱਖ ਹੋਇਆ, ਲੇਕਿਨ ਉਸ ਦੁੱਖ ਦੇ ਵਿੱਚ ਵੀ, ਉਸ ਘੜੀ ਦੇ ਵਿੱਚ ਵੀ ਜਿਹੜੀ ਹੈ ਖੁਸ਼ੀ ਦੋਨਾਂ ਦੇ ਚਿਹਰੇ ਦੇ ਵਿੱਚ ਪੂਰੀ ਬਣੀ ਹੋਈ ਹੈ ਕਿ ਭਾਵੇਂ ਜਿਹੜਾ ਵਰਤ ਗਿਆ ਲੇਕਿਨ ਖੁਸ਼ੀ ਬਣੀ ਹੋਈ ਹੈ। ਸਨੀ, ਅੱਗੇ ਦਾ ਫਿਊਚਰ ਕੀ ਸੋਚਿਆ ਕਿ ਦੁੱਧ ਹੀ ਵੰਡਣਾ ਹੈ ਜਾਂ ਕੁਝ ਹੋਰ ਵੀ ਕਰਨਾ? ਜੇ ਤੇ ਕੋਈ ਜੋਬ ਵਗੈਰਾ ਮਿਲ ਗਈ ਗੌਰਮੈਂਟ, ਫਿਰ ਉਹਨੂੰ ਮੈਂ ਫੜੂੰਗੀ ਤੇ ਫਿਰ ਦੁੱਧ ਪਾਪਾ ਕਰਨਗੇ, ਜਾਂ ਸ਼ੌਪ ਵਗੈਰਾ ਖੋਲ ਦਾਂਗੇ ਪਾਪਾ ਨੂੰ। ਬਟ ਜਿੱਥੋਂ ਤੱਕ ਲੱਗਣ ਦੇ ਪਾਪਾ ਕਹਿੰਦੇ ਹੁੰਦੇ ਕਿ ਨਹੀਂ ਮਿਲਦੀਆਂ ਸਾਡੇ ਵਰਗਿਆਂ ਨੂੰ, ਉਹ ਗੱਲ ਤੇ ਸੱਚ ਹੈ। ਮੈਂ ਕਿਉਂਕਿ ਆਪਣੇ ਕਜ਼ਨਸ ਨੂੰ ਭਰਦੇ ਹੁੰਦੇ ਫਾਰਮ ਤੇ ਉਹ ਮਿਲਦੀ ਨਹੀਂ ਉਹਨਾਂ ਨੂੰ, ਤੇ ਉਹ ਹਜੇ ਇੰਨੇ ਪੜ੍ਹੇ ਲਿਖੇ ਹੁੰਦੇ ਹੋਏ ਵੀ ਉਹਨਾਂ ਨੂੰ ਨਹੀਂ ਮਿਲੀ ਤੇ ਮੈਨੂੰ ਕਿੱਥੋਂ ਮਿਲ ਜੂਗੀ। ਤੇ ਫਿਰ ਮਤਲਬ ਵੇਖਾਂਗੇ ਕਿ ਹਲੇ ਫਿਊਚਰ ਕੀ ਬਣਦਾ ਸਾਡਾ। ਇਹ ਸੋਚ ਕਿਉਂ ਆਉਂਦੀ ਕਿ ਨਹੀਂ ਮਿਲੂਗੀ, ਕੋਈ ਨੌਕਰੀ ਨਹੀਂ ਮਿਲੂਗੀ? ਕਿਉਂਕਿ ਹਰ ਕਹਿੰਦੇ ਕਿ ਮਿਹਨਤ ਕਰੋ ਤਾਂ ਮਿਹਨਤ ਦਾ ਫਲ ਜਿਹੜਾ ਮਿਲਦਾ ਹੈ, ਹਾਲਾਂਕਿ ਥੋੜਾ ਲੇਟ ਮਿਲੇ ਜ਼ਰੂਰ ਹੈ ਲੇਕਿਨ ਮਿਲਦਾ ਜ਼ਰੂਰ ਹੈ। ਐਂ ਕਿਉਂ ਲੱਗਦਾ ਕਿ ਜਿਹੜੀ ਉਹ ਚੀਜ਼ ਨੌਕਰੀ ਨਹੀਂ ਮਿਲੂਗੀ?
ਮੇਰੇ ਹਿਸਾਬ ਨਾਲ ਤਾਂ ਇਹੀ ਹੈ, ਕਿਉਂਕਿ ਮੇਰੇ ਇੰਨੇ ਕਜ਼ਨਸ ਪੜ੍ਹੇ ਲਿਖੇ ਆ, ਸਭ ਕੁਝ ਹੁੰਦੇ ਹੋਏ, ਸਭ ਕੁਝ ਕਲੀਅਰ ਹੁੰਦੇ ਹੋਏ ਵੀ ਉਹਨਾਂ ਨੂੰ ਮਤਲਬ ਕਿ ਮੇਰੇ ਬ੍ਰਦਰ ਇੱਕ ਹੈਗਾ, ਉਹਦਾ ਸਭ ਕੁਝ ਕਲੀਅਰ ਹੋ ਗਿਆ, ਉਹਦਾ ਪੁਲਿਸ ਦਾ ਐਗਜ਼ਾਮ, ਮੈਡੀਕਲ, ਸਭ ਕੁਝ। ਪਰ ਐਂਡ 'ਚ ਉਹਨੂੰ ਆ ਕੇ ਪਤਾ ਨਹੀਂ ਕੀ ਹੋਇਆ, ਉਹਨਾਂ ਨੇ ਮਤਲਬ ਉਹਨੂੰ ਕੱਟ ਕਰਤਾ ਸੀ। ਤੇ ਮਤਲਬ ਇਸ ਕਰ ਸਰਕਾਰਾਂ ਤੇ ਵਿਸ਼ਵਾਸ ਨਹੀਂ ਹੈ ਜਾਂ ਆਪਣੇ ਤੇ? ਨਹੀਂ, ਮੈਨੂੰ ਆਪਣੇ 'ਤੇ ਵਿਸ਼ਵਾਸ ਹੈ, ਸਰਕਾਰਾਂ 'ਤੇ ਵਿਸ਼ਵਾਸ ਨਹੀਂ, ਕਿਉਂਕਿ ਮੇਰੀ ਸਿਸਟਰ ਨੂੰ ਵੀ ਕਿਸੇ ਨੇ ਕਿਹਾ ਸੀ ਕਿ ਪੈਸੇ ਦੇ ਲਾ ਤੇ ਪੁਲਿਸ 'ਚ ਨੌਕਰੀ ਮਿਲ ਜੂਗੀ। ਦੁੱਖ ਹੁੰਦਾ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਕੰਮ ਕਰਕੇ ਕਹਿੰਦੀ ਹੈ ਕਿ ਮੈਨੂੰ ਵਧੀਆ ਰੋਜ਼ਗਾਰ ਮਿਲੂਗਾ ਤਾਂ ਮੈਂ ਆਪਣਾ ਘਰ ਚਲਾ ਲੂੰਗਾ, ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਦੂੰਗਾ। ਦੁੱਖ ਹੁੰਦਾ ਹੈ ਕਿ ਜਦੋਂ ਪੜ੍ਹ ਲਿਖ ਕੇ ਵੀ ਚੀਜ਼ਾਂ ਨਾ ਮਿਲਣ, ਕੰਮ ਕਰਕੇ ਵੀ ਚੀਜ਼ਾਂ ਨਾ ਮਿਲਣ, ਤਾਂ ਉਹਦਾ ਦੁੱਖ ਹੁੰਦਾ। ਹਾਂ, ਉਸ ਚੀਜ਼ ਦਾ ਦੁੱਖ ਹੁੰਦਾ, ਕਿਉਂਕਿ ਜਦੋਂ ਮੇਰੀ ਸਿਸਟਰ ਦੇ ਏਡੇ ਵਧੀਆ ਗ੍ਰੇਡਸ, ਮੈਡੀਕਲ ਸਟੂਡੈਂਟ, ਉਹਨੂੰ ਨਹੀਂ ਮਤਲਬ ਉਹਨੂੰ ਕਿਹਾ ਕਿ ਤੁਸੀਂ 25 ਲੱਖ ਦੇ ਦਿਓ, 5 ਲੱਖ ਦੇ ਦਿਓ ਤੇ ਤੁਹਾਨੂੰ ਕਰ ਦਾਂਗੇ ਪੁਲਿਸ 'ਚ। ਉਹਨੂੰ ਇੱਕ ਡਾਕਟਰੀ ਲਾਈਨ ਦੀ ਵੀ ਮਿਲਣ ਦੀ, ਉਹ 'ਚ ਵੀ ਉਹਨਾਂ ਨੇ ਕਿਹਾ ਕਿ ਪੈਸੇ ਦੇ ਦਿਓ ਡਰੱਗ ਇੰਸਪੈਕਟਰ 'ਚ, ਤੇ ਉਹ 'ਚ 25 ਲੱਖ ਮੰਗੇ ਸੀ। ਤੇ ਮੇਰੇ ਪਾਪਾ ਕਹਿੰਦੇ ਕਿ ਨਹੀਂ, ਮੈਂ ਤਾਂ ਨਹੀਂ ਦੇ ਸਕਦਾ, ਨਾ ਮੇਰੀ ਗੁੰਜਾਇਸ਼ ਆ। ਫਿਰ ਉਹਨੇ ਬੀ ਫਾਰਮੇਸੀ ਚੁਆਇਸ ਕੀਤੀ, ਤੇ ਉਹ 'ਚ ਵੀ ਉਹਨੂੰ ਉੱਥੇ ਜਿੱਥੇ ਜਾਂਦੀ ਸੀ ਪੜ੍ਹਨ, ਉੱਥੇ ਵੀ ਉਹਨੂੰ ਮਤਲਬ ਕਿ ਕਹਿੰਦੇ ਕਿ ਪੈਸੇ ਦੇ ਤੇ ਪਾਸ ਹੋ ਜਾ। ਫਿਰ ਉੱਥੇ ਉਹਦੇ ਟੀਚਰਸ ਨੇ ਨਹੀਂ ਉਹਨੂੰ ਸਪੋਰਟ ਕੀਤਾ, ਤਾਂ ਉਹਨੇ ਉੱਥੋਂ ਵੀ ਛੱਡ ਦਿੱਤੀ। 2 ਸਾਲ ਕੀਤੇ, ਉਹਦੇ ਬਾਅਦ ਉਹਨੇ ਕੀਤੀ ਨਹੀਂ। ਉਹ ਕਹਿੰਦੀ ਮੈਂ ਜਾਣਾ ਹੀ ਨਹੀਂ ਆ। ਤੇ ਉਹਨਾਂ ਨੇ ਮਤਲਬ ਉਹਨਾਂ ਨੇ ਨਹੀਂ ਸਾਥ ਦਿੱਤਾ, ਤੇ ਗੌਰਮੈਂਟ ਕੀ ਸਾਥ ਦਊਗੀ ਸਾਡਾ। ਇੱਕ ਨਾ ਹੁੰਦਾ ਕਿ ਜਦੋਂ ਸਕੂਲਾਂ 'ਚ ਪੜ੍ਹਦੇ ਹੁੰਦੇ ਆ, ਕਾਲਜਾਂ 'ਤੇ ਪੜ੍ਹਦੇ ਹੁੰਦੇ ਨਾ, ਤਾਂ ਬੱਚੇ ਬੜੇ ਛੇੜਦੇ ਹੁੰਦੇ ਨੇ ਕਿ ਆ ਯਾਰ ਤੂੰ ਦੁੱਧ ਪਾਉਂਦਾ ਹੈ, ਤੂੰ ਇਹ ਕਰਦਾ ਹੈ, ਤੂੰ ਇਹ ਕਰਦਾ। ਇੱਦਾਂ ਦਾ ਕੋਈ ਇੰਸੀਡੈਂਟ ਹੋਇਆ ਕਿ ਜਦੋਂ ਇੱਕ ਫਰੈਂਡ ਜਿਹੜੀ ਹੈ ਬਹੁਤ ਪੁਰਾਣੀ ਰਹੀ ਨਾਲ, ਲੇਕਿਨ ਜਦੋਂ ਇਹ ਕੰਮ ਆਇਆ ਉਸ ਦੇ ਵਿਚਕਾਰ ਉਹ ਫਰੈਂਡਸ਼ਿਪ ਟੁੱਟੀ ਹੋਵੇ, ਜਾਂ ਇਸ ਤਰੀਕੇ ਦਾ ਕੁਝ ਰਿਹਾ ਹੋਵੇ ਕਿੱਸਾ? ਨਹੀਂ, ਮੇਰੀ ਟੀਚਰਸ ਨੇ ਤਾਂ ਨਹੀਂ ਕੀਤਾ। ਹਾਂ, ਬੱਚਿਆਂ ਨੇ ਕੀਤਾ ਆ, ਕਿਉਂਕਿ ਮੈਂ ਜਦੋਂ ਮੋਟਰਸਾਈਕਲ ਚਲਾ ਕੇ ਦੁੱਧ ਦਿੰਦੀ ਹੁੰਦੀ ਸੀ, ਤੇ ਹੱਸਦੇ ਸੀ, ਨਾਲ ਗੱਲਾਂ ਵੀ ਕਰ ਜਾਂਦੇ ਹੁੰਦੇ ਸੀ। ਪਰ ਉਸ ਚੀਜ਼ ਨੂੰ ਮੈਂ ਇਗਨੋਰ ਕੀਤਾ, ਕਿਉਂਕਿ ਮੈਂ ਇੱਕੋ ਗੱਲ ਕਹਿੰਦੀ ਹਾਂ ਕਿ ਨਾ ਤਾਂ ਤੁਸੀਂ ਮੈਨੂੰ ਪੈਸੇ ਦੇਣ ਆਉਣੇ, ਤੇ ਨਾ ਤੁਸੀਂ ਮੇਰਾ ਘਰ ਦਾ ਖਰਚਾ ਚੁੱਕਣਾ, ਇਹ ਤਾਂ ਮੈਂ ਆਪ ਕਰਨਾ। ਚੱਲ ਇਸ ਚੀਜ਼ ਨੂੰ ਮੈਂ ਬੁਰਾ ਤਾਂ ਮੰਨਦੀ ਨਹੀਂ ਆ, ਕਿਉਂਕਿ ਇਹ ਤਾਂ ਆਪਣਾ ਕੰਮ ਆ। ਜੇ ਤੁਸੀਂ ਆਪਣਾ ਕੰਮ ਹੀ ਨਾ ਸਾਂਭ ਸਕੇ ਤਾਂ ਉਹਨੇ ਕੀ ਕਰਨਾ। ਮਤਲਬ ਉਸ ਚੀਜ਼ ਨੂੰ ਮੈਂ ਕਦੇ ਇਗਨੋਰ ਹੀ ਕੀਤਾ, ਉਸ ਚੀਜ਼ ਨੂੰ, ਕਿ ਬੱਚੇ ਕਹਿੰਦੇ ਤਾਂ ਕਹਿਣ ਦਾ ਕੋਈ ਗੱਲ ਨਹੀਂ ਉਹਦਾ। ਹੱਸਦੇ ਹੱਸਦੇ ਖੇਡਦੇ ਰਹੇ, ਤੇ ਬਿਲਕੁਲ ਹੱਸਦੇ ਹੱਸਦੇ ਜਿਹੜਾ ਪਰਿਵਾਰ ਹੈ ਉਹ ਖੇਡ ਰਿਹਾ। ਹਾਲਾਂਕਿ ਦੁੱਖ ਵੱਡਾ ਸੀ ਕਿ ਜਦੋਂ ਪਿਓ ਦਾ ਐਕਸੀਡੈਂਟ ਹੁੰਦਾ ਤੇ ਕੁੜੀ ਜਿਹੜੀ ਹੈ ਉਹ ਸਹਾਰਾ ਬਣਦੀ ਹੈ, ਲੇਕਿਨ ਅੱਜ ਉਹੀ ਕੁੜੀ ਜਿਹੜਾ ਉਹ ਸਹਾਰਾ ਬਣ ਕੇ ਔਰ ਆਪਣਾ ਘਰ-ਬਾਰ ਚਲਾ ਰਹੀ ਹੈ, ਔਰ 18 ਸਾਲ ਦੀ ਉਮਰ ਦੇ ਵਿੱਚ ਜਿਹੜਾ ਅੱਜ ਆਪਣੇ ਪਿਓ ਦਾ ਸਹਾਰਾ ਬਣੀ, ਔਰ ਪਿਓ ਦਾ ਇਲਾਜ ਵੀ ਕਰਾ ਰਹੀ ਹੈ ਔਰ ਕੰਮ ਵੀ ਕਰਾ ਰਹੀ ਹੈ। ਲੇਕਿਨ ਇਹ ਪ੍ਰੇਰਨਾ ਉਹਨਾਂ ਧੀਆਂ ਦੇ ਲਈ ਵੀ ਬਣਦੀ ਹੈ, ਜਿਹੜੀ ਅੱਜ ਧੀਆਂ ਕਿਤੇ ਨਾ ਕਿਤੇ ਘਰਾਂ 'ਚ ਬੰਦ ਨੇ, ਔਰ ਉਹਨਾਂ ਨੂੰ ਉਹਨਾਂ ਦੇ ਮਾਪਿਓ ਜਿਹੜੇ ਨੇ ਅੱਗੇ ਨਹੀਂ ਆਉਣ ਦਿੰਦੇ, ਔਰ ਉਹ ਮਾਪਿਆਂ ਦਾ ਸਹਾਰਾ ਨਹੀਂ ਬਣ ਪਾਉਂਦੇ। ਅੱਜ ਇਹੋ ਜਿਹੀ ਜਿਹੜੀ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਸੀ, ਔਰ ਇਹ ਤੁਸੀਂ ਸੁਣ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਨੀ ਕੇਤਨਾ ਜਿਹੜੀ ਹੈ ਉਹ ਸਾਫ਼ ਤੌਰ 'ਤੇ ਕਹਿ ਰਹੀ ਹੈ ਕਿ ਹੱਸਦੇ ਹੱਸਦੇ ਦੁੱਧ ਵੰਡਾਂਗੇ, ਔਰ ਹੱਸਦੇ ਹੱਸਦੇ ਆਪਣਾ ਕੰਮ ਕਰਾਂਗੇ, ਔਰ ਕਿਰਤ ਕਰਾਂਗੇ, ਔਰ ਜਿਹੜਾ ਹੈ ਆਪਣੇ ਘਰ ਦਾ ਜਿਹੜਾ ਉਹ ਖਰਚਾ ਚਲਾਵਾਂਗੇ। ਕੈਮਰਾਮੈਨ ਮਲਕੀਤ ਸਿੰਘ ਦੇ ਨਾਲ ਦਮਪ੍ਰੀਤ ਸਿੰਘ, ਔਨ ਏਅਰ।